ਜਦੋਂ 31 ਦਸੰਬਰ ਆਉਂਦੀ ਹੈ ਹਰੇਕ ਸਾਲ ਆਪਾਂ ਦੇਖਦੇ ਹਾਂ ਕਿ ਕਈ ਲੋਕ ਜਿਹੜੇ ਨੇ ਉਹ ਨਸ਼ਾ ਕਰਕੇ ਨਵਾਂ ਸਾਲ ਚੜਾਉਂਦੇ ਨੇ, ਕਈ ਗੁਰਦੁਆਰੇ ਜਾ ਕੇ ਵੀ ਚੜਾਉਂਦੇ ਨੇ। ਮਤਲਬ ਤਰ੍ਹਾਂ ਤਰ੍ਹਾਂ ਦੇ ਲੋਕ ਨੇ। ਅਸਲ ਦੇ ਵਿੱਚ ਕਿਸ ਤਰ੍ਹਾਂ ਨਵਾਂ ਸਾਲ ਮਨਾਉਣਾ ਚਾਹੀਦਾ? ਕੀ ਲੋਕਾਂ ਨੂੰ ਇਹੋ ਜਿਹੇ ਆਪਣੀ ਜ਼ਿੰਦਗੀ ਦੇ ਵਿੱਚ ਪ੍ਰਣ ਲੈਣੇ ਚਾਹੀਦੇ ਨੇ ਕਿ ਮੈਂ ਆਹ ਟਾਰਗੇਟ ਅਚੀਵ ਕਰਨਾ ਤਾਂ ਕਿ ਮੇਰਾ ਸਾਲ ਵਧੀਆ ਲੱਗੇ? ਮੈਂ ਇੰਗਲਿਸ਼ ਵਿੱਚ ਕਹਾਂਗਾ ABC ਜਾਂ ਪੰਜਾਬੀ ਚ ਕਹੀਏ ਊੜਾ ਐੜਾ ਈੜੀ। ਊੜਾ ਦਾ ਮਤਲਬ ਉੱਚਾ ਸੁੱਚਾ ਜੀਵਨ। ਊੜਾ ਉੱਚਾ ਸੁੱਚਾ ਜੀਵਨ। ਅਸੀਂ ਸਾਰੇ ਆਪਣੇ ਆਪ ਤੇ ਪ੍ਰਣ ਕਰੀਏ, ਦੂਜੇ ਦੀ ਗਲਤੀ ਨਾ ਦੇਖੀਏ, ਆਪਣੀ ਦੇਖੀਏ ਵੀ ਮੇਰੇ ਜੀਵਨ 'ਚ ਇਹ ਕਮੀ ਹੈ। ਮੈਂ ਨਿੰਦਾ ਕਰਦਾ, ਮੈਂ ਚੁਗਲੀ ਕਰਦਾ, ਮੈਂ ਨਸ਼ਾ ਕਰਦਾ, ਮੈਂ ਗੁੱਸਾ ਰੱਖਦਾ, ਮੈਂ ਬਦਲੇ ਦੀ ਭਾਵਨਾ ਰੱਖਦਾ, ਮੈਂ ਠੱਗੀ ਕਰਦਾ, ਮੈਂ ਇਹ ਨਾ ਕਰਾਂ। ਉੱਚਾ ਸੁੱਚਾ ਜੀਵਨ ਬਣਾਵਾਂ, ਮਿੱਠਾ ਬੋਲਣ ਦਾ ਜੀ ਅਸੀਂ ਪ੍ਰਣ ਲਈ। ਜਿਹੜੇ ਲੋਕ ਕੁਛ ਨਾ ਕੁਛ ਸਿੱਖਦੇ ਰਹਿੰਦੇ ਉਹ ਹਮੇਸ਼ਾ ਖਿੜਾਓ ਵਿੱਚ ਰਹਿੰਦੇ। ਉਹਨਾਂ ਦੇ ਨੇੜੇ ਬਿਮਾਰੀਆਂ ਨਹੀਂ ਆਉਂਦੀ। ਈੜੀ ਮੈਂ ਕਹਿੰਦਾ ਇਲਾਕੇ ਦੀ ਸੰਭਾਲ। ਜਿਸ ਇਲਾਕੇ 'ਚ ਮੈਂ ਰਹਿਣਾ ਉਹਨੂੰ ਸੰਵਾਰਨ ਦੀ ਜ਼ਿੰਮੇਵਾਰੀ ਮੇਰੀ ਹੈ। ਮੇਰਾ ਪਿੰਡ, ਮੇਰਾ ਮਹੱਲਾ, ਮੇਰੀ ਗਲੀ, ਮੇਰਾ ਘਰ, ਮੇਰਾ ਸਰਕਲ, ਮੇਰਾ ਪਰਿਵਾਰ। ਮੈਂ ਕਹਾਂ ਵੀ ਇਹਦੇ ਵਿੱਚ ਸੱਚ ਪਹੁੰਚਾਉਣਾ, ਸੱਚ ਦੀ ਗੱਲ ਕਰਨੀ, ਨੇਕ ਕਦਰਾਂ ਕੀਮਤਾਂ ਲਿਆਉਣੀਆਂ, ਪਰਮਾਤਮਾ ਨਾਲ ਜੋੜਨਾ, ਸਿਹਤ ਅੱਛੀ ਰੱਖਣੀ, ਇਹ ਜਿਹੜੀ ਸਾਰੇ ਕੰਮ ਕਰਨ ਦੀ ਜ਼ਿੰਮੇਵਾਰੀ ਮੇਰੀ ਹੈ। ਸਰਕਾਰ ਦੀ ਨਹੀਂ ਹੈ, ਕਿਸੇ ਹੋਰ ਸੰਸਥਾ ਦੀ ਨਹੀਂ ਹੈ। ਪਰ ਜਿਹੜੇ ਲੋਕ ਨੇ ਅੱਜ ਵੀ ਪੈਸੇ ਦੇ ਪਿੱਛੇ ਭੱਜ ਰਹੇ ਨੇ, ਪੈਸਾ ਕਰ ਰਹੇ ਨੇ। ਸਵੇਰੇ ਉੱਠਦੇ ਨੇ ਤਾਂ ਪੈਸਾ ਕਰਦੇ ਨੇ, ਰਾਤ ਨੂੰ ਸੌਣ ਲੱਗਿਆ ਤਾਂ ਪੈਸਾ ਕਰਦੇ ਨੇ। ਲੋਕਾਂ ਦਾ ਮੋਹ ਜਿਹੜਾ ਹਜੇ ਵੀ ਜ਼ਿਆਦਾ ਪੈਸਿਆਂ ਦੇ ਵਿੱਚ ਹੀ ਜਕੜਿਆ ਹੋਇਆ, ਉਹ ਪੈਸੇ ਦੇ ਵੱਲ ਹੀ ਜ਼ਿਆਦਾ ਸੋਚਦੇ ਨੇ। ਕਿਸ ਤਰ੍ਹਾਂ ਲੋਕ ਉਸ ਚੀਜ਼ ਦੇ ਮੂੰਹ ਚੋਂ ਬਾਹਰ ਨਿਕਲ ਸਕਦੇ? ਕੋਈ ਪੈਸਾ ਤਾਂ ਚਲੋ ਹਰੇਕ ਕਿਸੇ ਨੂੰ ਹੀ ਚਾਹੀਦਾ ਜ਼ਰੂਰਤ ਪੂਰੀਆਂ ਕਰਨ ਵਾਸਤੇ, ਪਰ ਸਾਰਾ ਦਿਨ ਜੋ ਲੋਕ ਪੈਸਾ ਕਰਦੇ ਨੇ ਉਹਨਾਂ ਦੇ ਕੀ ਤੁਸੀਂ ਕਹੋਗੇ? ਚੰਗਾ ਜੀਵਨ ਜੀਣ ਲਈ ਕੋਈ ਬਹੁਤ ਜ਼ਿਆਦਾ ਪੈਸੇ ਦੀ ਲੋੜ ਨਹੀਂ ਹੁੰਦੀ। ਜਿਹੜੇ ਨੌਜਵਾਨ ਬੱਚੇ ਆਪਣੇ ਪਰਿਵਾਰਾਂ ਨੂੰ ਪਿਆਰ ਕਰਦੇ ਨੇ, ਮੈਂ ਕਹਾਂਗਾ ਵੀ ਇਹ ਨਾ ਉਹ ਨਸ਼ਿਆਂ 'ਚ ਜਾਣਗੇ, ਨਾ ਉਹ ਖੁਦਕੁਸ਼ੀਆਂ ਵੱਲ ਜਾਣਗੇ। ਉਹ ਡਿਪਰੈਸ਼ਨ ਤੇ ਆਏਗਾ ਹੀ ਨਹੀਂ। ਬਿਲਕੁਲ, ਇਹ ਸ਼ਬਦ ਹੀ ਸਾਡਾ ਨਹੀਂ ਹੈ। ਪਹਿਲਾਂ ਵੀ ਕਿਸਾਨ ਆਤਮ ਹੱਤਿਆ ਕਰ ਰਿਹਾ ਸੀਗਾ, ਪਰ ਅੱਜ ਜਦੋਂ ਆਪਣੇ ਹੱਕ ਲੈਣ ਵਾਸਤੇ ਕਿਸਾਨ ਜਿਹੜਾ ਦਿੱਲੀ ਧਰਨੇ ਤੇ ਬੈਠਾ, ਉਹ ਧਰਨਿਆਂ ਦੇ ਵਿੱਚ ਵੀ ਸੁਸਾਈਡ ਕਰ ਰਿਹਾ। ਚਾਹੇ ਉਹ ਭਾਵੁਕ ਹੋ ਕੇ ਕਰ ਰਿਹਾ, ਗਲਤ ਚੀਜ਼ ਹੋਣ ਲੱਗ ਗਈ ਹੈ ਧਰਨਿਆਂ ਦੇ ਉੱਤੇ, ਭਾਵੁਕ ਹੋ ਕੇ ਲੋਕ ਆਤਮ ਹੱਤਿਆ ਕਰਨ ਲੱਗ ਗਏ ਨੇ। ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ? ਬਲਿੰਕਰ ਜਿਵੇਂ ਘੋੜੇ ਦੇ ਅੱਗੇ ਲੱਗਿਆ ਹੁੰਦਾ ਨਾ, ਲਾਏ ਹੁੰਦੇ ਨੇ, ਉਹ ਕਿਤੇ ਨਹੀਂ ਦੇਖ ਸਕਦਾ ਘੋੜਾ। ਅਸੀਂ ਵੀ ਇੱਕੋ ਹੀ ਪਾਸੇ ਨੈਗੇਟਿਵ ਸੋਚਣਾ ਸ਼ੁਰੂ ਕਰ ਦਿੰਦੇ ਹਾਂ। ਸਾਨੂੰ ਉਹ ਬਲਿੰਕਰਸ ਹਟਾ ਦੇਣੇ ਚਾਹੀਦੇ ਨੇ। ਸਾਨੂੰ ਇਹ ਦੇਖਣਾ ਚਾਹੀਦਾ ਵੀ ਇਹਦੇ ਪੋਜ਼ਿਟਿਵ ਐਸਪੈਕਟ ਵੀ ਹੈਗੇ ਨੇ। ਇਹਦਾ ਇੱਕ ਦਰਵਾਜ਼ਾ ਬੰਦ ਹੋਇਆ ਨਾ, ਕਈ ਦਰਵਾਜ਼ੇ ਖੁੱਲੇ ਵੀ ਤੇ ਹੈਗੇ ਨੇ ਨਾ। ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੇ ਇੱਕ ਨਾਰਾ ਦਿੱਤਾ ਹੈ, ਕਰੋਗੇ ਗੱਲ ਮਿਲੇਗਾ ਹੱਲ। ਕੋਈ ਮੁਸ਼ਕਿਲ ਹੈ, ਕਿੱਡੀ ਵੱਡੀ ਮੁਸ਼ਕਿਲ ਹੈ, ਗੱਲ ਕਰੋ ਭਾਈ, ਸ਼ੇਅਰ ਕਰੋ। ਟਾਕਿੰਗ ਇਜ਼ ਹੀਲਿੰਗ, ਟਾਕਿੰਗ ਇਜ਼ ਥੈਰਾਪਿਊਟਿਕ। ਅਸੀਂ ਕਹਿੰਦੇ ਆ ਵੀ ਆਪਣਾ ਵੀ ਸੰਭਾਲ ਕਰੋ ਤੇ ਦੂਜਿਆਂ ਦੀ ਵੀ ਸੰਭਾਲ। ਬਿਲਕੁਲ। ਨੋ ਹੈਲਥ ਵਿਦਆਊਟ ਮੈਂਟਲ ਹੈਲਥ। ਅਸੀਂ ਨਾ ਜਿਮ ਦੀ ਹੈਲਥ ਤੇ ਬਾਡੀ ਦੀ ਫਿਜ਼ੀਕ, ਅਸੀਂ ਇਹਨੂੰ ਹੈਲਥ ਸਮਝ ਰਹੇ ਹਾਂ, ਹੈ ਨਾ। ਤੇ ਇਹ ਨਾਰਾ ਇੱਕ ਬੜਾ ਜ਼ਰੂਰੀ ਹੈ ਕਿ ਜਦ ਤੱਕ ਮੇਰੀ ਮੈਂਟਲ ਹੈਲਥ ਨਹੀਂ ਠੀਕ ਨਾ, ਤਦ ਤੱਕ ਮੇਰੀ ਫਿਜ਼ੀਕਲ ਹੈਲਥ ਦੀ ਕੋਈ ਵੈਲਿਊ ਨਹੀਂ ਹੈ। ਸੋ ਅਸੀਂ ਸਮਾਜ ਦੇ ਵਿੱਚ ਨੇੜਤਾ ਲੈ ਕੇ ਆਈਏ। ਕਿਸੇ ਵੀਰ ਭੈਣ ਬੱਚੇ ਵੱਡੇ ਨੂੰ ਕੋਈ ਸਮੱਸਿਆ ਹੈ ਨਾ, ਉਹ ਸ਼ੇਅਰ ਕਰੋ। ਲੋਕਾਂ ਦਾ ਕਹਿਣਾ ਕਿ ਜਦੋਂ ਬੰਦਾ ਆਪਣੇ ਆਖਰੀ ਸਾਹ ਲੈ ਰਿਹਾ ਹੁੰਦਾ, ਉਹਦੀ ਅੰਦਰ ਇੱਕ ਫਲੈਸ਼ਬੈਕ ਚੱਲਦਾ ਹੁੰਦਾ। ਫਿਲਮਾਂ ਦੇ ਵਿੱਚ ਤਾਂ ਕਾਫੀ ਦੇਖਦੇ ਆ ਕਿ ਫਲੈਸ਼ਬੈਕ ਆਉਂਦੇ, ਪਰ ਕਹਿੰਦੇ ਕਿ ਸੱਚਾਈ ਦੇ ਵਿੱਚ ਜਦੋਂ ਬੰਦਾ ਆਪਣੇ ਆਖਰੀ ਸਾਹ ਲੈ ਰਿਹਾ ਹੁੰਦਾ, ਉਹਦੇ ਅੱਖਾਂ ਦੇ ਵਿੱਚ ਫਲੈਸ਼ਬੈਕ ਚੱਲਦਾ ਤੇ ਉਹ ਜਿਹੜੀਆਂ ਗਲਤੀਆਂ ਉਹਨੇ ਕੀਤੀਆਂ ਹੁੰਦੀਆਂ ਤਾਂ ਉਹਦੇ ਫਿਰ ਅੱਖਾਂ 'ਚੋਂ ਹੰਝੂ ਨਿਕਲਦੇ ਨੇ। ਤੁਸੀਂ ਇਸ ਚੀਜ਼ ਨੂੰ ਕਿਸ ਤਰ੍ਹਾਂ ਸਮਝਦੇ ਹੋ? ਗੁਰਬਾਣੀ 'ਚ ਜਿਹੜਾ ਸ਼ਬਦ ਆਉਂਦਾ ਨਾ ਕਿ ਜੰਮ ਆਉਂਦੇ ਨੇ, ਪਹਿਲਾਂ ਮੈਂ ਸੋਚਦਾ ਸੀ ਜੰਮ ਮਰਨ ਵੇਲੇ ਆਉਂਦੇ ਨੇ। ਮੈਨੂੰ ਹੁਣ ਸਮਝ ਆਈ ਨਹੀਂ, ਇਹ ਜੰਮ ਤਾਂ ਰੋਜ਼ ਆਉਂਦੇ ਨੇ। ਸਪੋਜ਼ ਕਰੋ ਮੈਂ ਕੋਈ ਗਲਤ ਕੰਮ ਕੀਤਾ, ਮੈਨੂੰ ਨੀਂਦ ਨਹੀਂ ਆਉਂਦੀ ਜੀ, ਉਹ ਜੰਮ ਨੇ। ਮੈਨੂੰ ਡਰ ਲੱਗਦਾ ਹਾਈ ਕੋਈ ਦੱਸ ਨਾ ਦੇਵੇ ਕਿਸੇ ਨੂੰ, ਹਾਈ ਕਿਸੇ ਨੂੰ ਪਤਾ ਨਾ ਲੱਗ ਜਾਏ, ਮੇਰੀ ਵਾਈਫ ਨੂੰ ਨਾ ਪਤਾ ਲੱਗ ਜਾਏ, ਮੇਰੇ ਡਿਪਾਰਟਮੈਂਟ ਨਾ ਪਤਾ ਲੱਗ ਜਾਏ, ਹੈ ਨਾ, ਜਾਂ ਮੇਰਾ ਇਹ ਨੁਕਸਾਨ ਨਾ ਹੋ ਜਾਏ ਵੀ ਮੈਂ ਇਹ ਕੰਮ ਕੀਤਾ, ਪਤਾ ਨਾ ਲੱਗ ਜਾਏ।
ਇਹ ਜੰਮ ਹੀ ਨੇ, ਔਰ ਇਹ ਜੰਮ ਅਸਲ ਸਾਡਾ ਪਛਤਾਵਾ ਹੈ। ਕੋਈ ਕੰਮ ਨਾ ਕਰੀਏ ਕਿ ਸਹੀ ਬਾਤ ਸੋ ਪਛਤਾਈਏ, ਐਸਾ ਕੰਮ ਮੂਲੇ ਨਾ ਕੀਜੇ ਜੀ ਜਿਤ ਅੰਤ ਪਛਤਾਈਏ। ਜੀ ਲੁਧਿਆਣਾ ਟਾਈਮਜ਼ ਦੇ ਸਾਰੇ ਦਰਸ਼ਕਾਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ। 2021 ਚੜ ਚੁੱਕਿਆ। ਨਵਾਂ ਸਾਲ ਜਦੋਂ ਵੀ ਚੜ੍ਹਦਾ ਤਾਂ ਅਸੀਂ ਕੁਝ ਪ੍ਰਣ ਲੈਂਦੇ ਆ ਕਿ ਇਸ ਸਾਲ ਦੇ ਵਿੱਚ ਮੈਂ ਇਹ ਪੂਰਾ ਕਰਾਂਗਾ, ਟਾਰਗੇਟ ਸੈੱਟ ਕਰਦੇ ਆ ਕਿ ਇਸ ਸਾਲ ਦੇ ਵਿੱਚ ਮੈਂ ਇਹ ਟਾਰਗੇਟ ਅਚੀਵ ਕਰਨਾ। ਕਈ ਪਤਲੇ ਹੋਣ ਦਾ ਟਾਰਗੇਟ ਵੀ ਪ੍ਰਣ ਲੈਂਦੇ ਨੇ, ਕੋਈ ਹੋਰ ਬੁਰੀ ਆਦਤ ਛੱਡਣ ਦਾ ਪ੍ਰਣ ਲੈਂਦੇ ਨੇ ਕਿ ਮੈਂ ਨਵੇਂ ਸਾਲ ਦੇ ਵਿੱਚ ਆਪਣੀ ਇਹ ਬੁਰੀ ਆਦਤ ਛੱਡਣੀ ਚਾਹੁੰਦਾ। ਪਰ ਅਸਲ ਦੇ ਵਿੱਚ ਨਵਾਂ ਸਾਲ ਕਿਸ ਤਰ੍ਹਾਂ ਮਨਾਇਆ ਜਾਵੇ? ਪੁਰਾਣੇ ਨੂੰ ਭੁੱਲ ਕੇ ਜੋ ਬੀਤ ਗਿਆ, ਹੁਣ ਨਵਾਂ ਸਾਲ ਚੜ੍ਹਿਆ, ਉਸ ਨੂੰ ਕਿਸ ਤਰ੍ਹਾਂ ਮਨਾਇਆ ਜਾਵੇ, ਇਸ ਤੇ ਹੀ ਗੱਲਬਾਤ ਕਰਨੀ ਸਾਡੇ ਨਾਲ ਪ੍ਰੋਫੈਸਰ ਸਰਬਜੀਤ ਸਿੰਘ ਮੌਜੂਦ ਨੇ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਪ੍ਰੋਫੈਸਰ ਨੇ। ਪ੍ਰੋਫੈਸਰ ਸਾਹਿਬ, ਸਭ ਤੋਂ ਪਹਿਲਾਂ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਤੁਹਾਨੂੰ। ਮੁਬਾਰਕਾਂ ਜੀ। ਪ੍ਰੋਫੈਸਰ ਸਾਹਿਬ, 2020 ਲੰਘਿਆ, ਬਹੁਤ ਕੁਝ ਲੋਕਾਂ ਨੇ ਦੇਖਿਆ। ਇੱਕ ਤਰ੍ਹਾਂ ਦੇ ਨਾਲ ਲੋਕਾਂ ਦੀ ਜ਼ਿੰਦਗੀ ਦੀ ਪਟੜੀ ਜਿਹੜੀ ਹੈ ਰੁਕ ਗਈ ਸੀ। ਇਤਿਹਾਸ ਦੇ ਵਿੱਚ ਸਭ ਤੋਂ ਪਹਿਲੀ ਵਾਰ ਹੋਇਆ ਸੀ ਜੋ ਇੰਨਾ ਲੰਬਾ ਲੋਕਡਾਊਨ ਲੱਗਿਆ, ਲੋਕ ਆਪਣੇ ਘਰਾਂ ਦੇ ਵਿੱਚ ਬੰਦ ਹੋਏ। ਹੁਣ 2021 ਚੜ੍ਹਿਆ, ਲੋਕਾਂ ਨੂੰ ਬਹੁਤ ਉਮੀਦਾਂ ਨੇ ਇਸ ਸਾਲ ਤੋਂ, ਕਿਉਂਕਿ ਲੋਕ ਕਈ ਕਹਿ ਰਹੇ ਨੇ ਕਿ 2020 ਨੂੰ ਕੈਲੰਡਰ ਦੇ ਵਿੱਚੋਂ ਖਤਮ ਕਰ ਦਿਓ, ਵੀ 2020 ਕੋਈ ਸਾਲ ਹੈ ਹੀ ਨਹੀਂ ਸੀ। ਹੁਣ 2021 ਤੋਂ ਲੋਕਾਂ ਨੂੰ ਬਹੁਤ ਉਮੀਦਾਂ ਨੇ, ਕਿਸ ਤਰ੍ਹਾਂ ਲੋਕ ਮਨਾਉਣ 2021? ਪਹਿਲੀ ਗੱਲ ਮੈਂ ਬੇਨਤੀ ਕਰਾਂਗਾ ਜੀ, ਇਹ 2021 ਇੰਗਲਿਸ਼ ਵਿੱਚ ਇਹਨੂੰ ਕਹਿੰਦੇ ਆ 2021 ਜੀ। ਜੇ ਤੁਸੀਂ ਇਹਨੂੰ ਲਿਖੋ 2021 2020 ਨੂੰ ਜਿੱਤ ਲਿਆ ਹੈ 2021। ਚਲੋ ਕੱਲਾ 2021 ਹੀ ਨਹੀਂ ਜਿੱਤਿਆ ਹੀ ਨਹੀਂ 2020। ਇਹ 2021 ਵਰਾ ਜਿਹੜਾ ਹੈ ਇੱਕ ਖਾਸ ਵਰਾ ਹੈ ਕਿ ਅੱਜ ਤੋਂ ਇਸ ਵਰੇ ਤੋਂ ਠੀਕ 400 ਸਾਲ ਪਹਿਲਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਪ੍ਰਕਾਸ਼ ਹੋਇਆ ਸੀ। ਸਾਡੇ ਲਈ ਵੈਸੇ ਹਰ ਸਾਲ ਹੀ ਨਵਾਂ ਹੈ, ਹਰ ਦਿਨ ਹੀ ਨਵਾਂ ਹੈ। ਪਾਤਸ਼ਾਹ ਬਾਣੀ 'ਚ ਕਹਿੰਦੇ ਨੇ ਵੀ ਸਾਹਿਬ ਮੇਰਾ ਨੀਤ ਨਵਾਂ। ਸਾਡੇ ਲਈ ਕੋਈ ਕੈਲੰਡਰ ਬਦਲਣ ਵਿੱਚ ਕੋਈ ਖਾਸ ਨਹੀਂ ਹੈ, ਪਰ ਇੱਕ ਖਾਸ ਗੱਲ ਇਹ ਹੈ ਕਿ ਅਸੀਂ ਪ੍ਰਣ ਲਈਏ ਕਿ ਮੈਂ ਹੁਣ ਇਹ ਜਿਹੜੇ 365 ਦਿਨ ਨੇ ਇਹ ਕੁਝ ਕਰਨਾ ਹੈ ਜੀ। ਔਰ ਇਹ ਵਰਾ ਇੱਕ ਹੋਰ ਗੱਲ ਲਈ ਬੜਾ ਮੁਬਾਰਕ ਵਰਾ ਮੈਂ ਇਹਨੂੰ ਕਵਾਂਗਾ। ਪਿਛਲਾ ਵੀ ਮੁਬਾਰਕ ਸੀ, ਉਹ ਵੀ ਭਲਾ ਸੀ। ਜੋ ਕਿਸਾਨੀ ਸੰਘਰਸ਼ ਚੱਲ ਰਿਹਾ ਹੈ, ਜਿੰਨੀ ਚੜ੍ਹਦੀ ਕਲਾ ਦੀਆਂ ਖਬਰਾਂ ਦਿੱਲੀ ਦੇ ਸਾਰੇ ਬਾਰਡਰਾਂ ਤੋਂ ਆ ਰਹੀਆਂ ਨੇ, ਤੇ ਕੱਲਾ ਦਿੱਲੀ ਨਹੀਂ ਸਾਰਾ ਹਿੰਦੁਸਤਾਨ ਦਾ ਕਿਸਾਨ ਜਿਵੇਂ ਇਕਜੁੱਟ ਹੋਇਆ ਹੈ, ਜਿਵੇਂ ਪਿਆਰ ਦਾ ਪ੍ਰਤੀਕ ਹੈ, ਜਿਵੇਂ ਸ਼ਾਂਤਮਈ ਅੰਦੋਲਨ ਹੈ, ਇਹ ਮਨੁੱਖਤਾ ਦੇ ਇਤਿਹਾਸ ਵਾਸਤੇ ਇੱਕ ਬੜੀ ਵੱਡੀ ਗੱਲ ਹੈ ਕਿ ਜਦੋਂ ਅਸੀਂ 31 ਦਸੰਬਰ ਘਰਾਂ 'ਚ ਸੁੱਤੇ ਸੀ, ਉਦੋਂ ਕਿੰਨੇ ਹੀ ਸਾਡੇ ਕਿਸਾਨ ਵੀਰ ਭੈਣਾਂ ਬੀਬੀਆਂ ਬੱਚੇ ਪਰਿਵਾਰ ਉਹ ਰੜੇ ਮੈਦਾਨ ਦੇ ਵਿੱਚ ਸੁੱਤੇ ਹੋਏ ਨੇ, ਇੰਨੀ ਠੰਡ ਦੇ ਵਿੱਚ, ਔਰ ਉਸ ਦੇ ਬਾਵਜੂਦ ਇੰਨੀ ਚੜ੍ਹਦੀ ਕਲਾ ਵਿੱਚ, ਇੰਨੇ ਜ਼ਬਤ ਵਿੱਚ, ਇੰਨੇ ਡਿਸਿਪਲਿਨ ਵਿੱਚ। ਲੋਕ ਦੂਸਰੇ ਰਾਜਾਂ ਦੇ ਔਰ ਦੂਸਰੇ ਦੇਸ਼ਾਂ ਦੇ ਪੱਤਰਕਾਰ ਉੱਥੇ ਆ ਕੇ ਦੇਖ ਰਹੇ ਨੇ ਇਹ ਕਿਵੇਂ ਦੇ ਲੋਕ ਨੇ। ਬਿਲਕੁਲ, ਜਿਹੜੇ ਸਾਨੂੰ ਆਏ ਤੇ ਕਾਫੀ ਪੁੱਛ ਰਹੇ ਨੇ, ਚਾਹ ਪੁੱਛ ਰਹੇ ਨੇ, ਜਲੇਬੀਆਂ ਛਕਾ ਰਹੇ ਨੇ, ਲੰਗਰ ਛਕਾ ਰਹੇ ਨੇ, ਸਾਰੇ ਪਿਆਰ ਨਾਲ ਬੋਲ ਰਹੇ ਨੇ, ਸਾਰਿਆਂ 'ਚ ਇੰਨੀ ਚੜ੍ਹਦੀ ਕਲਾ ਹੈ। ਮੈਂ ਤੇ ਕਹਾਂਗਾ ਵੀ 2020 ਕਰੋਨਾ ਕਰਕੇ ਯਾਦ ਨਹੀਂ ਰਹੇਗਾ, 2020 ਕਿਸਾਨ ਸੰਘਰਸ਼ ਕਰਕੇ ਯਾਦ ਰਹੇਗਾ ਕਿ ਇੰਨੀ ਜਦੋਂ ਮਨੁੱਖਤਾ ਤੇ ਭੀੜ ਆਈ ਸੀ, ਉਦੋਂ ਵੀ ਕੁਝ ਐਸੇ ਲੋਕ ਸੀ ਜਿਹੜੇ ਧਰਤੀ ਨਾਲ ਜੁੜੇ ਸੀ, ਆਪਣੇ ਵਿਰਸੇ ਨਾਲ ਜੁੜੇ ਸੀ, ਇੰਨੇ ਖੜਾਓ ਵਿੱਚ। ਮਤਲਬ ਤੁਸੀਂ ਕਹੋ ਜੀ ਇਹ ਤਾਂ ਇਤਿਹਾਸ ਦੇ ਵਿੱਚ ਐਸੀ ਮਿਸਾਲ ਨਹੀਂ ਕੋਈ ਮਿਲ ਰਹੀ, ਔਰ ਅਸੀਂ ਉਸ ਇਤਿਹਾਸ ਨੂੰ ਆਪਣੀ ਅੱਖੀਂ ਦੇਖ ਰਹੇ ਹਾਂ, ਹੰਢਾ ਰਹੇ ਹਾਂ। ਜਿਹੜਾ ਉੱਥੇ ਜਾ ਰਿਹਾ ਹੈ, ਜਾ ਕੇ ਆ ਰਿਹਾ ਹੈ, ਜਿਹੜਾ ਘਰ ਬੈਠੇ ਉਹਨਾਂ ਲਈ ਅਰਦਾਸਾਂ ਕਰ ਰਿਹਾ ਹੈ, ਸਾਰੇ ਹੀ ਇੱਕ ਸੂਤਰ ਵਿੱਚ ਪਰੋਏ ਜੀ। ਤੇ ਆਪਾਂ ਗੱਲ ਕਰੀਏ 2021 ਦੇ ਵਿੱਚ ਲੋਕ ਆਪਣੀ ਜ਼ਿੰਦਗੀ ਦੇ ਵਿੱਚ ਕਿਹੜੇ ਇਹੋ ਜਿਹੇ ਲੋਕਾਂ ਨੂੰ ਬਦਲਾਅ ਕਰਨੇ ਚਾਹੀਦੇ ਨੇ ਤਾਂ ਕਿ ਉਹ ਅੱਗੇ ਆਉਣ ਵਾਲੀ ਜ਼ਿੰਦਗੀ ਉਹਨਾਂ ਦੇ ਵਾਸਤੇ ਵਧੀਆ ਰਹੇ। ਜਦੋਂ 31 ਦਸੰਬਰ ਆਉਂਦੀ ਹੈ, ਹਰੇਕ ਸਾਲ ਆਪਾਂ ਦੇਖਦੇ ਹਾਂ ਕਿ ਕਈ ਲੋਕ ਜਿਹੜੇ ਨੇ ਉਹ ਨਸ਼ਾ ਕਰਕੇ ਨਵਾਂ ਸਾਲ ਚੜ੍ਹਾਉਂਦੇ ਨੇ, ਕਈ ਗੁਰਦੁਆਰੇ ਜਾ ਕੇ ਵੀ ਚੜ੍ਹਾਉਂਦੇ ਨੇ, ਮਤਲਬ ਤਰ੍ਹਾਂ ਤਰ੍ਹਾਂ ਦੇ ਲੋਕ ਨੇ। ਅਸਲ ਦੇ ਵਿੱਚ ਕਿਸ ਤਰ੍ਹਾਂ ਨਵਾਂ ਸਾਲ ਮਨਾਉਣਾ ਚਾਹੀਦਾ? ਕੀ ਲੋਕਾਂ ਨੂੰ ਇਹੋ ਜਿਹੇ ਆਪਣੀ ਜ਼ਿੰਦਗੀ ਦੇ ਵਿੱਚ ਪ੍ਰਣ ਲੈਣੇ ਚਾਹੀਦੇ ਨੇ ਕਿ ਮੈਂ ਆਹ ਟਾਰਗੇਟ ਅਚੀਵ ਕਰਨਾ ਤਾਂ ਕਿ ਮੇਰਾ ਸਾਲ ਵਧੀਆ ਲੱਗੇ? ਬਹੁਤ ਵਧੀਆ ਤੁਹਾਡਾ ਸਵਾਲ ਹੈ। ਮੈਂ ਕਹਾਂਗਾ ਕਿ ਸਾਨੂੰ ਹਰ ਨਵੇਂ ਸਾਲ ਸਾਨੂੰ ਜ਼ਰੂਰ ਪ੍ਰਣ ਲੈਣੇ ਚਾਹੀਦੇ ਨੇ। ਸਾਰੇ ਸੰਸਾਰ ਦੇ ਜਿਹੜੇ ਲੋਕ ਆਪਣੇ ਆਪ ਨੂੰ ਸੰਵਾਰਨਾ ਚਾਹੁੰਦੇ ਨੇ ਨਾ,
ਉਹ ਸਾਰੇ ਪ੍ਰਣ ਲੈਂਦੇ ਨੇ। ਤੇ ਕਮਾਲ ਦੀ ਗੱਲ, ਮਾਹਰ ਲੋਕ, ਸਿਆਣੇ ਲੋਕ ਇਹ ਕਹਿੰਦੇ ਨੇ ਵੀ ਬਹੁਤ ਘੱਟ ਬੰਦੇ ਆਪਣੇ ਸਾਰਾ ਪ੍ਰਣ ਪੂਰਾ ਕਰ ਪਾਉਂਦੇ, ਪਰ ਫਿਰ ਵੀ ਸਿਆਣੇ ਇਹ ਕਹਿੰਦੇ ਨੇ ਕਿ ਪ੍ਰਣ ਫਿਰ ਵੀ ਲੈਣੇ ਚਾਹੀਦੇ ਨੇ, ਰੈਜ਼ੋਲੂਸ਼ਨ ਲੈਣੇ ਚਾਹੀਦੇ ਨੇ। ਤੁਸੀਂ ਉਹਦੇ ਤੇ 10% ਪੂਰਾ ਉਤਰੋ, 50 ਉਤਰੋ, 80 ਪੂਰਾ ਉਤਰੋ, ਲੇਕਿਨ ਪ੍ਰਣ ਜ਼ਰੂਰ ਲਓ। ਉਹ ਪ੍ਰਣ ਸਾਡੇ ਇਸ ਗੱਲ ਦਾ ਪ੍ਰਤੀਕ ਨੇ ਕਿ ਵੀ ਵਾਂਟ ਟੂ ਬੈਟਰ ਆਵਰਸੈਲਫ। ਜਿਵੇਂ ਫਾਈਲ ਦਾ ਵਰਸ਼ਨ ਹੁੰਦਾ ਨਾ ਕੰਪਿਊਟਰ 'ਚ, ਨਵਾਂ ਵਰਸ਼ਨ, ਅਸੀਂ ਆਪਣਾ ਨਵਾਂ ਵਰਸ਼ਨ ਹੋਣੇ ਚਾਹੀਦੇ ਆ, ਹਰ ਰੋਜ਼ ਨਵਾਂ ਵਰਸ਼ਨ ਹੋਣੇ ਚਾਹੀਦੇ ਆ, ਹਰ ਸਾਲ ਨਵਾਂ ਵਰਸ਼ਨ ਹੋਣੇ ਚਾਹੀਦੇ ਆ। ਤੇ ਸਾਨੂੰ ਆਪਣੇ ਆਪ ਨਾਲ ਕੰਪੀਟੀਸ਼ਨ ਕਰਨਾ ਚਾਹੀਦਾ ਹੈ। ਪਿਛਲੇ ਸਾਲ ਮੇਰੇ 'ਚ ਇਹ ਕਮੀਆਂ ਸੀ, ਐਤਕੀ ਮੈਂ ਇਹ ਦੂਰ ਕਰਨੀ ਹੈ, ਮੈਂ ਇਹ ਨਵੀਂ ਚੀਜ਼ ਸਿੱਖਣੀ ਹੈ। ਇਹ ਬੜੀ ਇੰਪੋਰਟੈਂਟ ਗੱਲ ਜੀ ਸਨਮ ਜੀ। ਜਿਹੜੇ ਲੋਕ ਕੁਛ ਨਾ ਕੁਛ ਸਿੱਖਦੇ ਰਹਿੰਦੇ ਉਹ ਹਮੇਸ਼ਾ ਖਿੜਾਓ ਵਿੱਚ ਰਹਿੰਦੇ, ਉਹਨਾਂ ਦੇ ਨੇੜੇ ਬਿਮਾਰੀਆਂ ਨਹੀਂ ਆਉਂਦੀਆਂ। ਮੈਂ ਤੇ ਇੱਕ ਗੱਲ ਬੜੀ ਵਾਰੀ ਕਹਿੰਦਾ ਹੁੰਦਾ ਕਿ ਬਹੁਤ ਸਾਰੇ ਲੋਕ ਇਸ ਕਰਕੇ ਬਿਮਾਰ ਹੁੰਦੇ ਨੇ ਕਿਉਂਕਿ ਉਹਨਾਂ ਕੋਲ ਬਿਮਾਰ ਹੋਣ ਦਾ ਟਾਈਮ ਹੁੰਦਾ। ਜੇ ਤੁਹਾਡੇ ਕੋਲ ਬਿਮਾਰ ਹੋਣ ਦਾ ਟਾਈਮ ਨਾ ਹੋਏ ਨਾ, ਤੁਸੀਂ ਬਿਮਾਰ ਨਹੀਂ ਹੋਵੋਗੇ, ਯਾਨੀ ਤੁਸੀਂ ਬਿਜ਼ੀ ਰਹੋ। ਔਰ ਗੁਰੂ ਸਾਹਿਬ ਨੇ ਤੇ ਸਾਡਾ ਨਾਂ ਹੀ ਸਿੱਖ ਰੱਖਿਆ ਹੈ। ਸਿੱਖ ਦਾ ਮਤਲਬ ਸਿੱਖੋ, ਰੋਜ਼ ਸਿੱਖਣ ਵਾਲਾ, ਰੋਜ਼ ਸਿੱਖਣ ਵਾਲਾ, 90 ਸਾਲ ਦੀ ਉਮਰ 'ਚ ਵੀ ਸਿੱਖਣ ਵਾਲਾ, ਲਾਸਟ ਮੂਵਮੈਂਟ ਸੈਕਿੰਡ ਤੇ ਵੀ ਸਿੱਖਣ ਵਾਲਾ। ਉਹ ਸਿੱਖਣ ਦੀ ਤਾਂਘ ਜਿੰਨੀ ਅਸੀਂ ਰੱਖਾਂਗੇ ਉਹ ਚੰਗਾ ਹੋਏਗਾ। ਤੇ ਮੈਂ ਜੇ ਇਹਨੂੰ ਸੌਖੇ ਰੂਪ ਵਿੱਚ ਕਹਾਂ ਨਾ, ਅਲੱਗ-ਅਲੱਗ ਉਮਰ ਦੇ ਉੱਤੇ ਅਲੱਗ-ਅਲੱਗ ਅਸੀਂ ਪ੍ਰਣ ਲੈਂਦੇ ਹਾਂ, ਨਿਊ ਈਅਰ ਰੈਜ਼ੋਲੂਸ਼ਨ ਲੈਂਦੇ ਹਾਂ। ਪਰ ਜੇ ਕੁਝ ਕਾਮਨ ਗੱਲਾਂ ਜੇ ਕਰਨੀਆਂ ਹੋਣ ਨਾ, ਤੇ ਮੈਂ ਇੰਗਲਿਸ਼ ਵਿੱਚ ਕਹਾਂਗਾ ABC, ਜਾਂ ਪੰਜਾਬੀ 'ਚ ਕਹੀਏ ਊੜਾ ਐੜਾ ਈੜੀ। ਊੜਾ ਦਾ ਮਤਲਬ ਉੱਚਾ ਸੁੱਚਾ ਜੀਵਨ, ਊੜਾ ਉੱਚਾ ਸੁੱਚਾ ਜੀਵਨ। ਅਸੀਂ ਸਾਰੇ ਆਪਣੇ ਆਪ ਤੇ ਪ੍ਰਣ ਕਰੀਏ, ਦੂਜੇ ਦੀ ਗਲਤੀ ਨਾ ਦੇਖੀਏ, ਆਪਣੀ ਦੇਖੀਏ ਵੀ ਮੇਰੇ ਜੀਵਨ 'ਚ ਇਹ ਕਮੀ ਹੈ। ਮੈਂ ਨਿੰਦਾ ਕਰਦਾ, ਮੈਂ ਚੁਗਲੀ ਕਰਦਾ, ਮੈਂ ਨਸ਼ਾ ਕਰਦਾ, ਮੈਂ ਗੁੱਸਾ ਰੱਖਦਾ, ਮੈਂ ਬਦਲੇ ਦੀ ਭਾਵਨਾ ਰੱਖਦਾ, ਮੈਂ ਠੱਗੀ ਕਰਦਾ, ਮੈਂ ਇਹ ਨਾ ਕਰਾਂ। ਉੱਚਾ ਸੁੱਚਾ ਜੀਵਨ ਬਣਾਵਾਂ, ਮਿੱਠਾ ਬੋਲਣ ਦਾ ਜੀ ਅਸੀਂ ਪ੍ਰਣ ਲਈਏ। ਊੜਾ। ਉਸ ਤੋਂ ਬਾਅਦ ਆ ਗਿਆ ਐੜਾ। ਐੜਾ ਮੈਂ ਕਹਿੰਦਾ ਅਧਿਐਨ ਕਰਨਾ, ਸਟੱਡੀ ਕਰਨਾ, ਲਾਈਫ ਲੌਂਗ ਲਰਨਿੰਗ। ਸਿੱਖਦੇ ਰਹੋ, ਸਿੱਖਦੇ ਰਹੋ, ਸਿੱਖਦੇ ਰਹੋ। ਜਿਹੜਾ ਜਿੰਨਾ ਅਧਿਐਨ ਕਰੇਗਾ ਨਾ, the more you know the less you fear। ਜੇ ਤੁਹਾਡਾ ਜਾਣਕਾਰੀ ਘੱਟ ਹੈ, ਤੁਹਾਡੇ ਅੰਦਰ ਡਰ ਜ਼ਿਆਦਾ ਹੋਏਗਾ। ਜੇ ਤੁਹਾਡੇ ਕੋਲ ਗਿਆਨ ਜ਼ਿਆਦਾ ਹੈ, ਗੁਰੂ ਸਾਹਿਬ ਨੇ ਤੇ ਗਿਆਨ ਨੂੰ ਗੁਰੂ ਵੀ ਕਿਹਾ, ਗਿਆਨ ਗੁਰੂ ਆਤਮ ਉਪਦੇਸ਼। ਸੋ ਅਧਿਐਨ ਕਰੀਏ, ਊੜਾ ਐੜਾ। ਤੇ ਤੀਸਰਾ ਆ ਗਿਆ ਈੜੀ। ਈੜੀ ਮੈਂ ਕਹਿੰਦਾ ਇਲਾਕੇ ਦੀ ਸੰਭਾਲ। ਜਿਸ ਇਲਾਕੇ 'ਚ ਮੈਂ ਰਹਿਣਾ ਉਹਨੂੰ ਸੰਵਾਰਨ ਦੀ ਜ਼ਿੰਮੇਵਾਰੀ ਮੇਰੀ ਹੈ। ਮੇਰਾ ਪਿੰਡ, ਮੇਰਾ ਮਹੱਲਾ, ਮੇਰੀ ਗਲੀ, ਮੇਰਾ ਘਰ, ਮੇਰਾ ਸਰਕਲ, ਮੇਰਾ ਪਰਿਵਾਰ। ਮੈਂ ਕਹਾਂ ਵੀ ਇਹਦੇ ਵਿੱਚ ਸੱਚ ਪਹੁੰਚਾਉਣਾ, ਸੱਚ ਦੀ ਗੱਲ ਕਰਨੀ, ਨੇਕ ਕਦਰਾਂ ਕੀਮਤਾਂ ਲਿਆਉਣੀਆਂ, ਪਰਮਾਤਮਾ ਨਾਲ ਜੋੜਨਾ, ਸਿਹਤ ਅੱਛੀ ਰੱਖਣੀ, ਇਹ ਜਿਹੜੀ ਸਾਰੇ ਕੰਮ ਕਰਨ ਦੀ ਜ਼ਿੰਮੇਵਾਰੀ ਮੇਰੀ ਹੈ, ਸਰਕਾਰ ਦੀ ਨਹੀਂ ਹੈ, ਕਿਸੇ ਹੋਰ ਸੰਸਥਾ ਦੀ ਨਹੀਂ ਹੈ। ਅਸੀਂ ਕਈ ਵਾਰੀ ਨਾ ਬਹੁਤੀ ਗੱਲਾਂ ਲਈ ਦੂਜੇ ਤੇ ਡਿਪੈਂਡ ਹੁੰਦੇ ਹਾਂ। ਪਰ ਮੈਂ ਕਹਿੰਦਾ ਵੀ ਇਲਾਕੇ ਦੀ ਸੰਭਾਲ ਮਤਲਬ ਜਿੱਥੇ ਤੁਸੀਂ ਵਿਚਰਦੇ ਹੋ ਨਾ, ਉਹਨੂੰ ਚੰਗਾ ਕਰੋ। ਜੇ ਸਾਰੇ ਇਹ ਕਰਨ ਲੱਗ ਪੈਣਗੇ, ਸਾਰਾ ਸੰਸਾਰ ਵਧੀਆ ਹੋ ਜਾਏਗਾ। ਊੜਾ ਐੜਾ ਈੜੀ ਜੀ। ਤੇ ਇੰਗਲਿਸ਼ ਵਿੱਚ ਜੇ ਕਹੀਏ ਜੀ, ਇੰਗਲਿਸ਼ ਵਿੱਚ ਮੈਂ ਕਹਿੰਦਾ ABC, 3 ਕੰਮ ਕਰੋ। A ਦਾ ਮਤਲਬ ਹੈ ਐਕਸੈਪਟੈਂਸ। ਐਕਸੈਪਟੈਂਸ ਪੰਜਾਬੀ 'ਚ ਕਹੀਏ ਭਾਣਾ ਮੰਨਣਾ, ਹੈ ਨਾ। ਜੋ ਕੁਛ ਵੀ ਹੋ ਰਿਹਾ ਸਾਡੇ ਨਾਲ, ਚਾਹੇ ਸਾਨੂੰ ਲੱਗ ਰਿਹਾ ਅੱਜ ਗਲਤ ਹੋ ਰਿਹਾ ਜਾਂ ਗਲਤੀ ਹੋ ਗਈ, ਕੁਛ ਵੀ ਹੋ ਗਿਆ, ਐਕਸੀਡੈਂਟ ਹੋ ਗਿਆ, ਨੁਕਸਾਨ ਹੋ ਗਿਆ, ਇੱਛਾ ਪੂਰੀ ਨਹੀਂ ਹੋਈ, ਮੈਂ ਸੋਚਿਆ ਸੀ ਐਵੇਂ ਹੋ ਗਿਆ, ਕੁਛ ਵੀ ਹੋ ਜਾਏ ਨਾ, ਚਾਹੇ ਤੁਹਾਡੀ ਗਲਤੀ ਕਰਕੇ ਹੋਇਆ ਹੈ, ਚਾਹੇ ਕਿਸੇ ਹੋਰ ਦੇ ਕਾਰਨ ਹੋਇਆ, ਉਹਨੂੰ ਐਕਸੈਪਟ ਕਰ ਲਓ। ਭਾ ਜਾਵੇ, ਉਹ ਭਾ ਜਾਣਾ, ਭਾਵ ਭਾਣਾ। ਮੈਂ ਇਹਦੇ ਲਈ ਕਹਿਣਾ ਵੀ ਪਰਮਾਤਮਾ ਜੋ ਕਰਦਾ ਚੰਗਾ ਕਰਦਾ। ਤੁਮ ਕਰੋ ਭਲਾ, ਹਮ ਭਲੋ ਨਾ ਜਾਣਾ, ਤੁਮ ਸਦਾ ਸਦਾ ਦਇਆਲਾ। ਉਹ ਭਲਾ ਕਰਦਾ। ਉਹਨੇ ਮੇਰਾ ਪਿਛਲੇ ਸਾਲ ਇਹ ਕੰਮ ਨਹੀਂ ਕੀਤਾ, ਮੈਂ ਬੜਾ ਔਖਾ ਹੋਇਆ ਸੀ, ਅੱਜ ਸਾਲ ਬਾਅਦ ਮੈਨੂੰ ਪਤਾ ਲੱਗਾ ਉਹ ਜੀ ਉਹ ਨਹੀਂ ਹੋਇਆ ਸੀ ਤੇ ਉਹ ਹੋ ਗਿਆ ਜੀ, ਉਹ ਤਾਂ ਮੇਰਾ ਭਲਾ ਹੋਇਆ ਸੀ, ਹੈ ਨਾ। ਸੋ ਅਗਰ ਅਸੀਂ ਇਹ ਮੰਨ ਲਈਏ ਐਕਸੈਪਟੈਂਸ, ਤੇ ਬੀ ਨੂੰ ਮੈਂ ਕਹਿਣਾ ਜੀ ਬਾਊਂਸ ਬੈਕ। ਬਾਊਂਸ ਬੈਕ ਹੈਗਾ ਵੀ ਇੱਕ ਮੁਸ਼ਕਿਲ ਮੇਰੇ ਤੇ ਆਈ ਤੇ ਮੈਂ ਘਬਰਾਉਣ ਦੀ ਬਜਾਏ ਮੈਂ ਉਸ ਮੁਸ਼ਕਿਲ 'ਚ ਸਟਰੋਂਗ ਹੋ ਕੇ ਨਿਕਲੀ। ਬਿਲਕੁਲ। ਜਿਵੇਂ ਖੁਦਕੁਸ਼ੀਆਂ ਦਾ ਦੌਰ ਆਪਾਂ ਗੱਲ ਕਰਦੇ ਹਾਂ,
ਪੰਜਾਬ ਦੇ ਵਿੱਚ ਕੁਝ ਸਮਾਂ ਪਹਿਲਾਂ ਇਹੋ ਜਿਹਾ ਦੌਰ ਬਹੁਤ ਤੇਜ਼ ਆਇਆ। ਬਿਲਕੁਲ। ਹੁਣ ਵੀ ਸਾਡੇ ਬਹੁਤ ਸਾਰੇ ਵੀਰ ਮੁਸ਼ਕਿਲ ਤੋਂ ਘਬਰਾ ਜਾਂਦੇ। ਬਿਲਕੁਲ। ਮੈਂ ਕਹਿੰਦਾ ਵੀ ਘਬਰਾਓ ਨਾ, ਬਾਉਂਸ ਬੈਕ ਕਰੋ। ਬਾਉਂਸ ਬੈਕ ਅਸੀਂ ਕਹਿੰਦੇ ਰੈਜ਼ਿਲੀਐਂਟ ਹੋਣਾ, ਵੀ ਇੱਕ ਮੁਸ਼ਕਿਲ ਆਈ ਤੇ ਮੁਸ਼ਕਿਲ ਚੋਂ ਸਟਰੋਂਗ ਬਣ ਕੇ ਬਾਹਰ ਆਉਣਾ। ਬਿਲਕੁਲ। ਇਹਨੂੰ ਕਹਿੰਦੇ ਨੇ ਬਾਉਂਸ ਬੈਕ। ਏ ਐਕਸੈਪਟੈਂਸ, ਬੀ ਬਾਉਂਸ ਬੈਕ, ਤੇ ਸੀ ਮੈਂ ਸਾਰੇ ਨੌਜਵਾਨਾਂ ਨੂੰ ਵੀ ਵੱਡਿਆਂ ਨੂੰ ਵੀ ਇਹ ਕਹਿਣਾ, ਲੈਟ ਅਸ ਬੀ ਕ੍ਰੀਏਟਿਵ। ਜਿਹੜਾ ਬੰਦਾ ਜਿੰਨਾ ਕ੍ਰੀਏਟਿਵ ਹੋਏਗਾ ਨਾ, ਕ੍ਰੀਏਟਿਵ ਮਤਲਬ ਸਿਰਜਣਾ, ਇਹ ਪਰਮਾਤਮਾ ਕ੍ਰੀਏਟਰ ਹੈ। ਬਿਲਕੁਲ। ਹੈ ਨਾ, ਤੇ ਪਰਮਾਤਮਾ ਦੇ ਬਣਾਏ ਅਸੀਂ ਜੀਵ ਵੀ ਕਿਸੇ ਦੀ ਕਾਪੀ ਕਰਨ ਦਾ, ਕਿਸੇ ਨੂੰ ਫੋਲੋ ਕਰਨ ਨਾਲੋਂ ਹਰ ਰੋਜ਼ ਹਰ ਗੱਲ ਅਸੀਂ ਨਵੇਂ ਤਰੀਕੇ ਨਾਲ ਕਰੀਏ। ਬਿਲਕੁਲ। ਅਸੀਂ ਆਪਣੀ ਦਸਤਾਰ ਸਜਾਉਂਦੇ ਹਾਂ ਨਾ, ਰੋਜ਼ ਸਵੇਰੇ ਕ੍ਰੀਏਟਿਵ ਹੁੰਦੇ ਹਾਂ ਜੀ, ਹੈ ਨਾ। ਕਈ ਵਾਰੀ ਅਸੀਂ ਲੜਦਾ ਡਿਸਟੈਂਸ ਵੱਧ ਕਰ ਦਿੰਦੇ ਹਾਂ, ਘੱਟ ਕਰ ਦਿੰਦੇ ਹਾਂ, ਕਈ ਵਾਰੀ ਕਲਰ ਚੇਂਜ ਕਰਦੇ ਹਾਂ। ਵੀ ਡਰੈਸ ਆਵਰ ਡਰੈਸ ਡੇਲੀ ਕ੍ਰੀਏਟਿਵ ਆ। ਸੋ ਇਹ ਮੈਂ 3 ਕੰਮ ਮੈਂ ਸੋਚਦਾ ਸਾਨੂੰ ਇਹ ਕਾਮਨ ਨੇ, ਬਾਕੀ ਹੋਰ ਵੀ ਬੜੇ ਹੋ ਸਕਦੇ ਨੇ। ਤੇ ਪ੍ਰੋਫੈਸਰ ਸਾਹਿਬ, ਆਪਾਂ ਆਮ ਲੋਕਾਂ ਦੀ ਗੱਲ ਕਰੀਏ, ਹਾਲਾਂਕਿ ਕਰੋਨਾ ਨੇ ਕਾਫੀ ਲੋਕਾਂ ਨੂੰ ਬਹੁਤ ਸਿਖਾਇਆ, ਜੇ ਆਪਾਂ ਕਹੀਏ ਬਹੁਤ ਕੁਝ ਵਿਗਾੜਿਆ ਤਾਂ ਬਹੁਤ ਕੁਝ ਕਰੋਨਾ ਨੇ ਸਿਖਾਇਆ ਵੀ, ਆਪਣੇ ਪਰਿਵਾਰ ਦੇ ਨਾਲ ਕਿਸ ਤਰ੍ਹਾਂ ਸਮਾਂ ਬਿਤਾਓ। ਪਰ ਜਿਹੜੇ ਲੋਕ ਨੇ ਅੱਜ ਵੀ ਪੈਸੇ ਦੇ ਪਿੱਛੇ ਭੱਜ ਰਹੇ ਨੇ, ਪੈਸਾ ਕਰ ਰਹੇ ਨੇ, ਸਵੇਰੇ ਉੱਠਦੇ ਨੇ ਤਾਂ ਪੈਸਾ ਕਰਦੇ ਨੇ, ਰਾਤ ਨੂੰ ਸੌਣ ਲੱਗਿਆ ਤਾਂ ਪੈਸਾ ਕਰਦੇ ਨੇ। ਲੋਕਾਂ ਦਾ ਮੋਹ ਜਿਹੜਾ ਹਜੇ ਵੀ ਜ਼ਿਆਦਾ ਪੈਸਿਆਂ ਦੇ ਵਿੱਚ ਹੀ ਜਕੜਿਆ ਹੋਇਆ, ਉਹ ਪੈਸੇ ਦੇ ਵੱਲ ਹੀ ਜ਼ਿਆਦਾ ਸੋਚਦੇ ਨੇ। ਕਿਸ ਤਰ੍ਹਾਂ ਲੋਕ ਉਸ ਚੀਜ਼ ਦੇ ਮੂੰਹ ਚੋਂ ਬਾਹਰ ਨਿਕਲ ਸਕਦੇ? ਕੋਈ ਪੈਸਾ ਤਾਂ ਚਲੋ ਹਰੇਕ ਕਿਸੇ ਨੂੰ ਹੀ ਚਾਹੀਦਾ ਜ਼ਰੂਰਤ ਪੂਰੀਆਂ ਕਰਨ ਵਾਸਤੇ, ਪਰ ਸਾਰਾ ਦਿਨ ਜੋ ਲੋਕ ਪੈਸਾ ਕਰਦੇ ਨੇ, ਉਹ ਉਹਨਾਂ ਦੇ ਕੀ ਤੁਸੀਂ ਕਹੋਗੇ? ਸਨਮ ਜੀ, ਮੇਰੇ ਵਿਚਾਰ ਥੋੜ੍ਹੇ ਜਿਹੇ ਡਿਫਰੈਂਟ, ਜਾਂ ਮੇਰਾ ਸਰਕਲ ਕੋਈ ਐਸਾ ਹੈ। ਮੈਨੂੰ ਲੱਗ ਰਿਹਾ ਵੀ ਵੈਸੇ ਲੋਕ ਹੁਣ ਸਿਆਣੇ ਹੋ ਰਹੇ ਨੇ। ਜਿਹੜੇ ਲੋਕ ਸਿਆਣੇ ਹੋ ਰਹੇ ਨੇ ਨਾ, ਉਹ ਹੁਣ ਬਹੁਤਾ ਪੈਸਾ ਨਹੀਂ ਕਰ ਰਹੇ। ਮੈਨੂੰ ਇੱਦਾਂ ਲੱਗਦਾ ਹੈ ਵੀ ਇਹ ਫੀਲਿੰਗ ਜਿਹੜੀ ਸਾਡੇ ਬਜ਼ੁਰਗਾਂ ਕੋਲ ਸੀ ਨਾ, ਇੱਕ ਸਟੇਟਮੈਂਟ ਮੈਂ ਦੇਣ ਲੱਗਾ, ਇਹਨੇ ਮੇਰੀ ਲਾਈਫ ਬਦਲ ਦਿੱਤੀ। ਇੱਕ ਦੋਸਤ ਨੇ ਮੇਰੀ ਗੱਲ ਕਹੀ, ਹਸਪੀਟਲ ਦੇ ਬਾਹਰ ਅਸੀਂ ਵੇਟ ਕਰ ਰਹੇ ਸੀ, ਤੇ ਉਹ ਕਹਿੰਦਾ ਜੀ ਮੇਰੇ ਦਾਦਾ ਜੀ ਕਹਿੰਦੇ ਹੁੰਦੇ ਸੀ, ਚੰਗਾ ਜੀਵਨ ਜੀਣ ਲਈ ਕੋਈ ਬਹੁਤ ਜ਼ਿਆਦਾ ਪੈਸੇ ਦੀ ਲੋੜ ਨਹੀਂ ਹੁੰਦੀ। ਚੰਗਾ ਜੀਵਨ ਜੀਣ ਲਈ ਕੋਈ ਬਹੁਤ ਜ਼ਿਆਦਾ ਪੈਸੇ ਦੀ ਲੋੜ ਨਹੀਂ ਹੁੰਦੀ। ਮੈਨੂੰ ਹੋਰ ਦੂਸਰੇ ਤਰੀਕੇ ਨਾਲ ਕਹਿਣ ਦੀ ਕੋਸ਼ਿਸ਼ ਕਰਦਾ ਵੀ, ਸਪੋਜ਼ ਕਰੋ ਮੇਰੇ ਕੋਲ ਕਰੋੜ ਰੁਪਈਆ, ਵੈਸੇ ਹੈਗਾ ਨਹੀਂ, ਚਲੋ ਮੰਨ ਲਓ ਆਮ ਬੰਦੇ ਕੋਲ ਸਪੋਜ਼ ਕਰੋ ਕਰੋੜ ਰੁਪਈਆ, ਲੱਖ ਰੁਪਈਆ, ਕੁਝ ਵੀ ਅਮਾਊਂਟ ਮੰਨ ਲਓ ਤੁਸੀਂ। ਅਸੀਂ ਆਪਣੀ ਸਾਰੀ ਲਾਈਫ ਵਿੱਚੋਂ ਜਿੰਨੀ ਮੇਰੀ ਪ੍ਰੋਪਰਟੀ ਹੈ ਨਾ, ਉਹਦਾ ਸ਼ਾਇਦ ਮੈਂ 10% ਵੀ ਨਹੀਂ ਯੂਜ਼ ਕਰਦਾ। ਜੇ ਮੈਂ ਬੜਾ ਖਰਚੀਲਾ ਹੋਵਾਂ, ਮੈਂ 20% ਯੂਜ਼ ਕਰ ਲਾਂ। 80% ਮੇਰੀ ਪ੍ਰੋਪਰਟੀ ਅਗਲੀ ਜਨਰੇਸ਼ਨ ਕੋਲ ਜਾਂਦੀ ਹੈ। ਤੁਸੀਂ ਦੇਖ ਲਓ ਆਲੇ ਦੁਆਲੇ ਜਿੰਨੇ ਬੰਦਿਆਂ ਦੀ ਮੌਤ ਹੋ ਰਹੀ ਹੈ, ਉਹਨਾਂ ਦਾ ਪੈਸਾ ਜਿਹੜਾ ਉਹਨਾਂ ਦੇ ਬੱਚਿਆਂ ਨੂੰ ਜਾ ਰਿਹਾ। ਤੇ ਕਿਸੇ ਸਿਆਣੇ ਨੇ ਕਿਹਾ ਵੀ ਤੁਹਾਡੇ ਮਰਨ ਵੇਲੇ ਜਿੰਨਾ ਪੈਸਾ ਤੁਸੀਂ ਪਿੱਛੇ ਛੱਡ ਜਾਂਦੇ ਹੋ ਨਾ, ਉਹ ਦੱਸਦਾ ਵੀ ਤੁਸੀਂ ਕਿੰਨਾ ਟਾਈਮ ਵੇਸਟ ਕੀਤਾ ਉਹ ਕਮਾਉਣ ਦੇ ਵਿੱਚ। ਸਾਡੇ ਅਖਾਣ ਪਿੰਡਾਂ ਦਾ ਬੜਾ ਪਿਆਰਾ ਅਖਾਣ ਸੀ, ਕਹਿੰਦੇ ਜੀ ਪੁੱਤ ਸਪੁੱਤ ਤੇ ਫਿਰ ਧਨ ਸੰਚੇ ਕਿਉਂ, ਤੇ ਪੁੱਤ ਕਪੁੱਤ ਫਿਰ ਧਨ ਸੰਚੇ ਕਿਉਂ। ਜੇ ਤੁਹਾਡੀ ਔਲਾਦ ਚੰਗੀ ਹੈ ਫਿਰ ਪੈਸਾ ਇਕੱਠਾ ਕਰਨ ਦੀ ਲੋੜ ਨਹੀਂ, ਉਹ ਚੰਗੀ ਹੈ ਆਪੇ ਕਮਾ ਲਏਗੀ। ਤੇ ਜੇ ਔਲਾਦ ਮਾੜੀ ਹੈ ਫਿਰ ਚੰਗਾ ਪੈਸਾ ਇਕੱਠਾ ਕਰਨ ਦੀ ਲੋੜ ਹੈ, ਉਹਨੇ ਤਾਂ ਉਜਾੜ ਦੇਣਾ। ਸੋ ਮੈਂ ਇਹ ਸੋਚਦਾ ਵੀ ਅਮੀਰ ਬਣੀਏ, ਲੇਕਿਨ ਉਹ ਅਮੀਰ ਦੀ ਕਾਸਟ ਐਸੀ ਨਾ ਹੋਵੇ ਕਿ ਅਸੀਂ ਆਪਣੇ ਅੰਦਰ ਆਪਣੇ ਆਪ ਨਾਲ ਗਰੀਬੀ 'ਚ ਚਲੇ ਜਾਈਏ, ਬਾਅਦ 'ਚੋਂ ਪਛਤਾਈਏ ਮੈਂ ਐਵੇਂ ਹੇਰਾਫੇਰੀ ਕੀਤੀ। ਬਿਲਕੁਲ। ਜਿੰਨੀਆਂ ਜ਼ਿਆਦਾ ਅਸੀਂ ਨੈਤਿਕ ਕਦਰਾਂ ਕੀਮਤਾਂ ਨਾਲ ਜੁੜਾਂਗੇ, ਗੁਰਬਾਣੀ ਦਾ ਬੜਾ ਪਿਆਰਾ ਫਰਮਾਨ ਜੇ, ਪਰਾਈ ਅਮਾਨ ਕਿਉਂ ਰੱਖੀ ਹੈ, ਦਿੱਤੀ ਹੀ ਸੁਖ ਹੋਏ। ਸਨਮ ਜੀ, ਮੇਰਾ ਬੜਾ ਮਨ ਕਰਦਾ ਵੀ ਸਾਡੇ ਰਾਗੀ ਸਿੰਘ ਇਹਦੇ ਬਾਰੇ ਕੀਰਤਨ ਕਿਉਂ ਨਹੀਂ ਕਰਦੇ? ਪਰਾਈ ਅਮਾਨ ਕਿਉਂ ਰੱਖੀ ਹੈ, ਪਰਾਈ ਅਮਾਨਤ ਕਿਉਂ ਰੱਖਦੇ ਹੋ, ਦਿੱਤੀ ਹੀ ਸੁਖ ਹੋਏ। ਜਦ ਤੱਕ ਮੈਂ ਤੁਹਾਡੇ ਪੈਸੇ, ਤੁਹਾਡੀ ਚੀਜ਼ ਦੱਬ ਕੇ ਰੱਖਾਂਗਾ ਨਾ, ਮੇਰੇ ਅੰਦਰ ਜ਼ਰੂਰ ਭਾਗ ਰਹੇਗਾ, ਤੇ ਤੁਹਾਨੂੰ ਮੈਂ ਵਾਪਸ ਕਰ ਦਾਂਗਾ ਤੁਹਾਡੀ ਚੀਜ਼, ਮੈਂ ਬੜਾ ਚੜ੍ਹਦੀ ਕਲਾ 'ਚ ਆ ਜਾਵਾਂਗਾ। ਬਿਲਕੁਲ। ਇਹ ਜਿਹੜੀਆਂ ਗੱਲਾਂ ਨੇ, ਮੈਨੂੰ ਇਹ ਲੱਗਦਾ ਹੈ ਕਿ ਜੇ ਸਾਡੇ ਸਮਾਜ ਵਿੱਚ ਬੱਚਿਆਂ 'ਚ ਇਹ ਵੈਲਿਊਜ਼ ਪ੍ਰਚਾਰੀਆਂ ਜਾਣਗੀਆਂ। ਔਰ ਕਿਸਾਨੀ ਸੰਘਰਸ਼ ਤੇ ਮੈਂ ਦੁਬਾਰਾ ਜਾਣਾ, ਜਦੋਂ ਦਿਨ ਰਾਤ ਅਸੀਂ ਤੇ ਜੀ ਉਹਦੇ ਨਾਲ ਰਹੇ ਹਾਂ ਨਾ, ਸਾਡੀ ਧੁਰ ਅੰਦਰ ਅਸੀਂ ਉਹਦੇ ਨਾਲ ਜੁੜੇ ਹਾਂ, ਭਾਵੇਂ ਜਿੱਥੇ ਮਰਜ਼ੀ ਬੈਠੇ ਹਾਂ, ਜੋ ਮਰਜ਼ੀ ਕਰ ਰਹੇ ਹਾਂ।
ਮੈਂ ਸੋਚਦਾ ਕਿਰਸਾਨੀ ਸੰਘਰਸ਼ ਨੇ ਸਾਡੇ ਪੰਜਾਬ ਦੀ ਜਵਾਨੀ ਦੇ ਦਾਗ ਧੋ ਦਿੱਤੇ ਨੇ। ਬਿਲਕੁਲ। ਸਾਡੀ ਜਵਾਨੀ ਜਿੰਨੇ ਡਿਸਪਲਿਨ ਵਿੱਚ ਰਹਿ ਰਹੀ ਹੈ, ਬਿਲਕੁਲ। ਪਰਮਾਤਮਾ ਦੀ ਮਿਹਰ। ਔਰ ਜਿਹੜੇ ਸਾਨੂੰ ਕਹਿੰਦੇ ਸੀ ਵੀ ਇੱਥੇ ਦੇ ਨੌਜਵਾਨ ਸਾਰੇ ਨਸ਼ੇੜੀ ਹੋ ਗਏ ਨੇ, ਮੈਂ ਇੱਕ ਦੱਸਦਾ ਹੁੰਦਾ, ਸਾਡੇ ਯੂਨੀਵਰਸਿਟੀ ਦੇ ਵਿੱਚ ਪਾਲ ਆਡੀਟੋਰੀਅਮ ਦੇ ਵਿੱਚ ਮੈਂ ਇੱਕ ਵਾਰੀ ਕਲਾਸ ਲੈ ਰਿਹਾ ਸੀ ਉਹਨਾਂ ਦਿਨਾਂ 'ਚ ਹਿਊਮਨ ਡਿਵੈਲਪਮੈਂਟ ਦੀ, ਹਿਊਮਨ ਵੈਲਿਊਜ਼ ਦੀ। ਮੈਂ 500 ਬੱਚੇ ਉਹਨਾਂ ਦੇ ਪ੍ਰੈਕਟੀਕਲ ਕਲਾਸ ਲੈਣੀ ਸੀ, ਬੜਾ ਇੱਕ ਚੈਲੰਜ ਸੀ, ਨਵਾਂ ਕੋਰਸ ਸ਼ੁਰੂ ਹੋਇਆ ਸੀ। ਤੇ ਮੈਂ ਸੋਚਦਾ ਜਦੋਂ ਕੋਈ ਚੈਲੰਜ ਆਏ ਨਾ, ਟੀਚਰ ਨੂੰ ਘਬਰਾਉਣਾ ਨਹੀਂ ਚਾਹੀਦਾ। ਟੀਚਰ ਕਵੇ ਚੈਲੰਜ ਹੈ, ਮੈਂ ਇਹਨੂੰ ਕਰਕੇ ਦਿਖਾਉਣਾ। ਹੁਣ 500 ਬੱਚਿਆਂ ਨਾਲ ਪ੍ਰੈਕਟੀਕਲ ਕਲਾਸ ਲੈਣੀ ਹੈ, ਕਿਵੇਂ ਲਓਗੇ ਜੀ? ਚਲੋ ਪਰਮਾਤਮਾ ਨੇ ਮਿਹਰ ਕੀਤੀ, ਮੈਨੂੰ ਇੱਕ ਫੁਰਨਾ ਆਇਆ, ਮੈਂ ਇੱਕ ਫਾਰਮ ਦੇ ਦਿੱਤਾ, ਸਾਰੇ ਬੱਚਿਆਂ 'ਚ ਵੰਡਤਾ ਵੀ ਇਹ ਭਰੋ। ਉਹਦੇ 'ਚ ਮੈਂ ਬੱਚਿਆਂ ਨੂੰ ਇਹ ਲਿਖਿਆ ਕਿ ਰਾਈਟ ਯੂਅਰ ਪ੍ਰੈਫਰੈਂਸਿਸ, ਕਿ ਤੁਹਾਡੀ ਲਾਈਫ ਦੇ ਵਿੱਚ ਇੱਕ ਕੁਐਸਚਨ ਸੀ ਉਹਦੇ 'ਚ ਇਹ ਵਾਲਾ ਕਿ ਤੁਹਾਡੀ ਲਾਈਫ ਵਿੱਚ ਸਭ ਤੋਂ ਪ੍ਰਾਇੋਰਟੀ ਕਿਹੜੀ ਹੈ, ਨੰਬਰ 1 ਪ੍ਰਾਇੋਰਟੀ ਕੀ ਹੈ, ਨੰਬਰ 2 ਕੀ ਹੈ, ਨੰਬਰ 3 ਕੀ ਹੈ। ਸਨਮ ਜੀ, ਕੈਨ ਯੂ ਇਮੈਜਿਨ ਕਿ 500 ਬੱਚਿਆਂ ਦੀ ਵਿੱਚੋਂ ਮੈਜੋਰਟੀ ਦੀ ਫਸਟ ਨੰਬਰ ਪ੍ਰਾਇੋਰਟੀ ਕੀ ਸੀ? ਅਸੀਂ ਆਮ ਸੋਚਦੇ ਹਾਂ ਵੀ ਜਾਂ ਪੈਸੇ ਲਿਖਣਗੇ, ਕਿਉਂਕਿ ਬੱਚਾ ਪੜ੍ਹ ਰਿਹਾ, ਉਹਨੂੰ ਨਜ਼ਰ ਆਉਂਦਾ ਵੀ ਮੈਂ ਨੌਕਰੀ ਕਰਨੀ। ਬਿਲਕੁਲ। ਜਾਂ ਜੇ ਕਹਿੰਦੇ ਸੀ ਨਸ਼ੇੜੀ ਨੇ ਤੇ ਸ਼ਾਇਦ ਨਸ਼ੇ ਦੀ ਹੋਵੇ, ਜਾਂ ਕੋਈ ਘੁੰਮਣ ਫਿਰਨ ਦੀ ਫਸਟ ਪ੍ਰਾਇੋਰਟੀ ਇਹ ਹੋਵੇ ਵੀ ਮੈਂ ਲਾਈਫ ਵਿੱਚ ਇੰਜੋਏ ਕਰਨਾ। ਸਨਮ ਜੀ, ਮੈਂ ਹੈਰਾਨ ਰਹਿ ਗਿਆ, ਇਹ 4-5 ਸਾਲ ਪੁਰਾਣੀ ਗੱਲ ਹੈ। ਬੱਚਿਆਂ ਨੇ ਫਸਟ ਪ੍ਰੈਫਰੈਂਸ, 80% ਬੱਚਿਆਂ ਨੇ ਫਸਟ ਪ੍ਰੈਫਰੈਂਸ ਲਿਖੀ, ਸਾਡੀ ਫਸਟ ਪ੍ਰੈਫਰੈਂਸ ਹੈ ਫੈਮਿਲੀ ਜਾਂ ਪੇਰੈਂਟਸ। ਜਿਹੜੇ ਨੌਜਵਾਨ ਬੱਚੇ ਆਪਣੇ ਪਰਿਵਾਰਾਂ ਨੂੰ ਪਿਆਰ ਕਰਦੇ ਨੇ, ਮੈਂ ਕਹਾਂਗਾ ਵੀ ਇਹ ਨਾ ਉਹ ਨਸ਼ਿਆਂ 'ਚ ਜਾਣਗੇ, ਨਾ ਉਹ ਖੁਦਕੁਸ਼ੀਆਂ ਵੱਲ ਜਾਣਗੇ, ਉਹ ਡਿਪਰੈਸ਼ਨ ਤੇ ਆਏਗਾ ਹੀ ਨਹੀਂ। ਬਿਲਕੁਲ। ਇਹ ਸ਼ਬਦ ਹੀ ਸਾਡਾ ਨਹੀਂ ਹੈ। ਇਹ ਜਿਹੜਾ ਨਿੱਘ ਹੈ, ਇਹ ਪਿਆਰ ਹੈ, ਇਹ ਮੈਂ ਸੋਚਦਾ ਇਹ ਸਾਡੀ ਨੌਜਵਾਨੀ ਦਾ ਇੱਕ ਆਧਾਰ ਹੈ। ਔਰ ਨਵਾਂ ਸਾਲ, ਨਵੇਂ ਸਾਲ ਦੇ ਰੈਜ਼ੋਲੂਸ਼ਨਸ ਇਹ ਸਾਡੇ ਬੱਚੇ ਪਹਿਲਾਂ ਵੀ ਕਰ ਰਹੇ ਨੇ, ਅੱਛਾ ਕਰ ਰਹੇ ਨੇ। ਅਸੀਂ ਆਪਣੇ ਯੂਨੀਵਰਸਿਟੀ ਦੇ ਪਲੇਸਮੈਂਟ ਸੈੱਲ ਵੱਲੋਂ ਅਸੀਂ ਸਾਰੇ ਬੱਚਿਆਂ ਨੂੰ ਨਵੇਂ ਸਾਲ ਦੇ ਉੱਤੇ ਭੇਜਿਆ, ਮੈਂ ਤੁਹਾਨੂੰ ਦਿਖਾਉਣਾ ਜੀ। ਉਹਦੇ ਵਿੱਚ ਅਸੀਂ ਇਹ ਕਹਿ ਰਹੇ ਹਾਂ ਕਿ ਤੁਸੀਂ ਪਹਿਲਾਂ ਤਾਂ ਕਰਾਫਟ ਯੂਅਰ ਮਿਸ਼ਨ ਸਟੇਟਮੈਂਟ, ਆਪਣੀ ਇੱਕ ਮਿਸ਼ਨ ਸਟੇਟਮੈਂਟ ਬਣਾਓ। ਦੂਸਰਾ ਅਸੀਂ ਕਹਿ ਰਹੇ ਹਾਂ ਵੀ ਨੈਵਰ ਪੁੱਟ ਦਾ ਥਿੰਗਸ ਆਫ, ਆਲਸ ਨਾ ਕਰੋ। ਜਿਹੜਾ ਕੰਮ ਅੱਜ ਕਰ ਸਕਦੇ ਹੋ ਕਰ ਦੋ, ਜਿਹੜਾ ਨਹੀਂ ਕਰ ਸਕਦੇ ਕੱਲ ਤਾਂ ਵੱਖਰੀ ਗੱਲ ਹੈ, ਪਰ ਵਟ ਐਵਰ ਯੂ ਕੈਨ ਡੂ ਟੂਡੇ ਫਿਨਿਸ਼ ਇਟ, ਆਲਸ ਨਾ ਕਰੋ। ਔਰ ਸਾਡੇ ਕੋਲ ਇੱਥੇ ਇੱਕ ਕਾਉਂਸਲਰ ਫੁੱਲ ਟਾਈਮ ਨੇ, ਜਿਨ੍ਹਾਂ ਨਾਲ ਅਸੀਂ ਕਹਿੰਦੇ ਹਾਂ ਬੱਚਿਆਂ ਨਾਲ 1-to-1 ਕਾਉਂਸਲਿੰਗ, ਮੋਟੀਵੇਸ਼ਨਲ ਕਾਉਂਸਲਿੰਗ, ਸਾਈਕੋਲੋਜੀਕਲ ਕਾਉਂਸਲਿੰਗ। ਤੇ ਸਾਡੀ ਯੂਨੀਵਰਸਿਟੀ ਦੇ ਬੱਚੇ ਬਹੁਤ ਇਸ ਸਮੇਂ ਦੇ ਵਿੱਚ ਵਧੀਆ ਕੰਮ ਕਰ ਰਹੇ। ਵੈਸੇ ਜਿਸ ਤਰ੍ਹਾਂ ਤੁਸੀਂ ਗੱਲ ਕਰ ਰਹੇ ਸੀ ਕਿ ਬੰਦਾ ਬਾਅਦ ਦੇ ਵਿੱਚ ਸੋਚਦਾ ਕਿ ਮੈਂ ਇਹ ਆਪਣੀ ਜ਼ਿੰਦਗੀ ਦੇ ਵਿੱਚ ਗਲਤੀਆਂ ਕੀਤੀਆਂ, ਉਸ ਕਿਹਾ ਪੈਸਾ ਕਟਾਇਆ। ਲੋਕਾਂ ਦਾ ਕਹਿਣਾ ਕਿ ਜਦੋਂ ਬੰਦਾ ਆਪਣੇ ਆਖਰੀ ਸਾਹ ਲੈ ਰਿਹਾ ਹੁੰਦਾ, ਉਹਦੀ ਅੰਦਰ ਇੱਕ ਫਲੈਸ਼ਬੈਕ ਚੱਲਦਾ ਹੁੰਦਾ। ਫਿਲਮਾਂ ਦੇ ਵਿੱਚ ਤਾਂ ਕਾਫੀ ਦੇਖਦੇ ਹਾਂ ਕਿ ਫਲੈਸ਼ਬੈਕ ਆਉਂਦੇ, ਪਰ ਕਹਿੰਦੇ ਨੇ ਕਿ ਸੱਚਾਈ ਦੇ ਵਿੱਚ ਜਦੋਂ ਬੰਦਾ ਆਪਣੇ ਆਖਰੀ ਸਾਹ ਲੈ ਰਿਹਾ ਹੁੰਦਾ, ਉਹਦੇ ਅੱਖਾਂ ਦੇ ਵਿੱਚ ਫਲੈਸ਼ਬੈਕ ਚੱਲਦਾ, ਤੇ ਉਹ ਜਿਹੜੀਆਂ ਗਲਤੀਆਂ ਉਹਨੇ ਕੀਤੀਆਂ ਹੁੰਦੀਆਂ ਤਾਂ ਉਹਦੇ ਫਿਰ ਅੱਖਾਂ 'ਚੋਂ ਹੰਝੂ ਨਿਕਲਦੇ ਨੇ। ਤੁਸੀਂ ਇਸ ਚੀਜ਼ ਨੂੰ ਕਿਸ ਤਰ੍ਹਾਂ ਸਮਝਦੇ ਹੋ? ਸਨਮ ਜੀ, ਮੈਂ ਕਹਾਂਗਾ ਇਹ ਫਲੈਸ਼ਬੈਕ ਕੇਵਲ ਮੌਤ ਵੇਲੇ ਨਹੀਂ ਹੈ, ਇਹ ਹਰ ਰੋਜ਼ ਰਾਤ ਨੂੰ ਆਉਂਦਾ ਜੀ। ਜੇ ਮੈਂ ਅੱਜ ਸਵੇਰੇ ਕੁਝ ਗਲਤ ਕੰਮ ਕੀਤਾ ਨਾ, ਰਾਤ ਨੂੰ ਸੌਣ ਤੋਂ ਪਹਿਲਾਂ ਮੇਰੇ ਅੰਦਰ ਉਹ ਫਲੈਸ਼ਬੈਕ ਚੱਲਦਾ ਹੈ। ਹਾਂ, ਇਹ ਹੈ ਵੀ ਜਵਾਨੀ ਦੇ ਨਸ਼ੇ 'ਚ ਜਾਂ ਕਿਸੇ ਹੋਰ ਪੈਸੇ ਦੇ ਨਸ਼ੇ 'ਚ ਮੈਂ ਉਹਨੂੰ ਕੁਚਲ ਦਿੰਦਾ। ਗੁਰਬਾਣੀ 'ਚ ਜਿਹੜਾ ਸ਼ਬਦ ਆਉਂਦਾ ਨਾ ਕਿ ਜੰਮ ਆਉਂਦੇ ਨੇ, ਪਹਿਲਾਂ ਮੈਂ ਸੋਚਦਾ ਸੀ ਜੰਮ ਮਰਨ ਵੇਲੇ ਆਉਂਦੇ ਨੇ, ਮੈਨੂੰ ਹੁਣ ਸਮਝ ਆਈ ਨਹੀਂ, ਇਹ ਜੰਮ ਤਾਂ ਰੋਜ਼ ਆਉਂਦੇ ਨੇ। ਸਪੋਜ਼ ਕਰੋ ਮੈਂ ਕੋਈ ਗਲਤ ਕੰਮ ਕੀਤਾ, ਮੈਨੂੰ ਨੀਂਦ ਨਹੀਂ ਆਉਂਦੀ ਜੀ, ਉਹ ਜੰਮ ਨੇ, ਮੈਨੂੰ ਡਰ ਲੱਗਦਾ ਹਾਈ ਉਹ ਦੱਸ ਨਾ ਦੇਵੇ ਕਿਸੇ ਨੂੰ, ਹਾਈ ਕਿਸੇ ਨੂੰ ਪਤਾ ਨਾ ਲੱਗ ਜਾਏ, ਮੇਰੀ ਵਾਈਫ ਨੂੰ ਨਾ ਪਤਾ ਲੱਗ ਜਾਏ, ਮੇਰੇ ਡਿਪਾਰਟਮੈਂਟ ਨਾ ਪਤਾ ਲੱਗ ਜਾਏ, ਹੈ ਨਾ, ਜਾਂ ਮੇਰਾ ਇਹ ਨੁਕਸਾਨ ਨਾ ਹੋ ਜਾਏ ਵੀ ਮੈਂ ਇਹ ਕੰਮ ਕੀਤਾ, ਪਤਾ ਨਾ ਲੱਗ ਜਾਏ। ਇਹ ਜੰਮ ਹੀ ਨੇ, ਔਰ ਇਹ ਜੰਮ ਅਸਲ ਸਾਡਾ ਪਛਤਾਵਾ ਹੈ। ਕਰ ਅਵਗੁਣ ਪਛਤਾਵਣ, ਜਿਹੜਾ ਅਵਗੁਣ ਕਰੇਗਾ ਉਹ ਪਛਤਾਵੇਗਾ। ਤੇ ਪਛਤਾਵਣਾ ਸ਼ਬਦ ਪਤਾ ਕਿੱਥੋਂ ਬਣਿਆ? ਪਛਤਾਪ, ਪਛ ਮੈਨੇ ਪਿੱਛੇ, ਤਾਪ ਮੈਨੇ ਤਪਣਾ, ਤਪਣਾ ਮੈਨੇ ਔਖੇ ਹੋਣਾ, ਹਾਏ ਮੈਂ ਕਿਉਂ ਕੀਤਾ। ਪਿੱਛੋਂ ਤਪਣਾ, ਕਰਨ ਤੋਂ ਬਾਅਦ ਤਪਣਾ, ਇਹ ਹੈ ਪਛਤਾਵਾ। ਤੇ ਇਹ ਜੰਮ ਨੇ, ਇਹ ਜੰਮ ਕੇਵਲ ਮੌਤ ਦੇ ਵੇਲੇ ਤੇ ਆਉਂਦੇ ਹੀ ਆਉਂਦੇ ਨੇ, ਰੋਜ਼ ਆਉਂਦੇ ਨੇ। ਤੇ ਜੇ ਅਸੀਂ ਡਾਕਟਰ ਜਸਵੰਤ ਸਿੰਘ ਨੇਕੀ ਦੀ ਕਿਤਾਬ ਹੈ ਅਸਲ ਵਿਦਿਆ, ਉਹਦੇ ਮੁੱਖ ਬੰਦੀ 'ਚ ਉਹਨਾਂ ਨੇ ਤੀਸਰੀ ਲਾਈਨ ਲਿਖੀ ਹੈ ਕਿ ਮੈਂ ਪਰਮਾਤਮਾ ਦਾ ਸ਼ੁਕਰਾਨਾ ਕਰਦਾ ਕਿ ਉਹਨੇ ਮੈਨੂੰ ਪਛਤਾਵੇ ਰਹਿਤ ਜੀਵਨ ਦਿੱਤਾ ਹੈ।
ਪਛਤਾਵੇ ਰਹਿਤ ਜੀਵਨ ਹੋਣਾ ਬੜੀ ਵੱਡੀ ਪ੍ਰਾਪਤੀ ਹੈ। ਤੇ ਮੈਂ ਇਹ ਬੇਨਤੀ ਕਰਾਂਗਾ ਨੌਜਵਾਨਾਂ ਨੂੰ ਖਾਸ ਕਰਕੇ, ਕੋਈ ਕੰਮ ਨਾ ਕਰੀਏ ਕਿ ਸਹੀ ਬਸ ਪਛਤਾਈਏ। ਐਸਾ ਕੰਮ ਮੂਲੇ ਨਾ ਕੀਚੇ ਜਿਤ ਅੰਤ ਪਛਤਾਈਏ। ਪ੍ਰੋਫੈਸਰ ਸਾਹਿਬ, ਕਿਸਾਨੀ ਸੰਘਰਸ਼ ਨੇ ਲੋਕਾਂ ਨੂੰ ਇੱਕ ਹੋਰ ਚੀਜ਼ ਸਿਖਾਈ ਹੈ ਉੱਥੇ ਨੌਜਵਾਨਾਂ ਨੂੰ, ਕਿ ਵੰਡ ਕੇ ਛਕਣਾ। ਆਪਣੇ ਗੁਰੂ ਸਾਹਿਬਾਨਾਂ ਨੇ ਸ਼ੁਰੂ ਤੋਂ ਹੀ ਗੱਲ ਕੀਤੀ ਹੈ ਕਿ ਵੰਡ ਕੇ ਛਕਣਾ, ਤੇ ਉੱਥੇ ਵੀ ਇਹ ਕਾਫੀ ਐਗਜ਼ਾਮਪਲਸ ਦੇਖਣ ਨੂੰ ਮਿਲ ਰਹੀਆਂ ਕਿ ਕਿਸ ਤਰ੍ਹਾਂ ਲੰਗਰ ਚੱਲ ਰਿਹਾ, ਲੋਕ ਆਪਣੇ ਘਰਾਂ 'ਚੋਂ ਲੰਗਰ ਲੈ ਕੇ ਆ ਰਹੇ ਨੇ, ਉਸ ਨੂੰ ਕਿਸ ਤਰ੍ਹਾਂ ਦੇਖਦੇ ਆ? ਸਨਮ ਜੀ, ਜੇ ਤੁਸੀਂ ਇਹ ਗੱਲ ਨਾ ਕਰਦੇ ਅੱਜ ਦੀ ਗੱਲ ਅਧੂਰੀ ਰਹਿ ਜਾਣੀ ਸੀ। ਵੰਡ ਛਕਣਾ ਕਰੋਨਾ ਦੇ ਟਾਈਮ ਦੇ ਵਿੱਚ ਸਾਰੇ ਸੰਸਾਰ ਦੇ ਵਿੱਚ ਗੁਰਦੁਆਰਿਆਂ ਨੇ, ਸਿੱਖਾਂ ਨੇ, ਹੋਰ ਲੋਕਾਂ ਨੇ ਵੀ ਨਾਲ ਲੱਗ ਕੇ ਰਾਸ਼ਨ ਵੰਡਿਆ, ਲੰਗਰ ਵੰਡਿਆ, ਛਬੀਲਾਂ ਵੰਡੀਆਂ। ਉਹਦੀ ਮਿਸਾਲ ਦਿੱਲੀ ਦੇ ਸਾਨੂੰ ਇੱਥੇ ਵੀ ਮਿਲ ਰਹੀ ਹੈ, ਔਰ ਦੂਰੋਂ ਦੂਰੋਂ ਲੋਕ ਆ ਕੇ ਦੇਖ ਰਹੇ ਨੇ ਉਹਨਾਂ ਨੂੰ ਵੀ ਇਹ ਕਿਵੇਂ ਦੇ ਲੋਕ ਨੇ, ਇਹ ਕੀ ਕਰਦੇ ਨੇ, ਇੰਨਾ ਵੰਡ ਛਕ ਰਹੇ ਨੇ। ਪਰ ਮੈਂ ਇੱਕ ਬੇਨਤੀ ਕਰਾਂ, ਪਿਛਲੇ ਸਾਲ ਅਸੀਂ ਪਿਛਲੇ ਸਾਲ ਹੁਣ ਤਾਂ 2019 ਚ ਕਵਾਂਗੇ, ਗੁਰੂ ਨਾਨਕ ਸਾਹਿਬ ਦਾ 550 ਸਾਲਾ ਪ੍ਰਕਾਸ਼ ਪੁਰਬ ਮਨਾਇਆ। ਉਦੋਂ ਅਸੀਂ ਵੰਡ ਛਕੋ ਦੇ ਮੈਨੂੰ ਅਰਥ ਨਵੇਂ ਸਮਝ ਆਏ, ਤੇ ਪਿਛਲੇ ਸਾਲ ਤੋਂ ਲਗਾਤਾਰ ਉਹਨਾਂ ਅਰਥਾਂ ਵਿੱਚ ਨਵਾਂ ਵਿਕਾਸ ਹੋ ਰਿਹਾ ਜੀ। ਮੈਨੂੰ ਹੁਣ ਇਹ ਸਮਝ ਆ ਰਹੀ ਹੈ ਕਿ ਇਹ ਵੰਡ ਛਕਣਾ ਕੇਵਲ ਲੰਗਰ ਜਾਂ ਛਬੀਲ ਨਹੀਂ ਹੈ, ਸਾਡਾ ਸਾਰਾ ਕੁਝ ਹੀ ਅਸੀਂ ਵੰਡ ਛਕਣਾ ਹੈ। ਮੇਰੇ ਕੋਲ ਗਿਆਨ ਹੈ, ਮੈਂ ਵੰਡਾਂ ਗਿਆ ਹੈ ਨਾ। ਕੱਲਾ ਅੱਛਾ ਗਿਆਨ ਹੀ ਨਹੀਂ, ਮੇਰਾ ਘਰ ਦਾ ਸਮਾਨ ਹੈ। ਮੈਂ ਕੋਟ 10 ਸਾਲ ਹੋ ਗਏ ਪਾ ਰਿਹਾ ਵਾਂ, ਹੈ ਨਾ। ਮੇਰਾ ਹੁਣ ਪਾਉਣ ਨੂੰ ਦਿਲ ਨਹੀਂ ਕਰਦਾ, ਮੇਰੇ ਘਰ ਵੈਸੇ ਹੀ ਪਿਆ, ਤੇ ਜੇ ਮੈਂ ਤੁਹਾਨੂੰ ਦੇ ਦਿਆਂ ਤੁਹਾਡੀ ਜੈਕਟ, ਤੁਸੀਂ ਕਈ ਸਾਲਾਂ ਤੋਂ ਪਾ ਰਹੇ ਹੋ, ਤੁਸੀਂ ਕਹਿੰਦੇ ਨਹੀਂ ਯਾਰ ਜੈਕਟ ਤਾਂ ਠੀਕ ਪਈ ਆ, ਪਰ ਮੈਂ ਪਾ ਕੇ ਬੋਰ ਹੋ ਗਿਆ। ਅਸੀਂ ਕਹਿੰਦੇ ਆ ਵੀ ਤੁਹਾਡੇ ਘਰ ਵਿੱਚ ਜਿਹੜਾ ਵੀ ਸਮਾਨ ਹੈ ਨਾ, ਜਿਹੜਾ ਤੁਸੀਂ ਨਹੀਂ ਵਰਤ ਰਹੇ, ਵਰਤ ਚੁੱਕੇ ਹੋ ਪਰ ਉਹ ਵਰਤਨ ਯੋਗ ਹੈਗਾ ਹਾਲੀ ਵੀ, ਉਹ ਵੰਡ ਦਿਓ ਜੀ। ਵੰਡ ਦਿਓ ਨਹੀਂ ਹੈ ਸੱਚ, ਵੰਡ ਦਿਓ ਦਾ ਮਤਲਬ ਹੈ ਦਾਨ ਕਰ ਦਿਓ, ਨਹੀਂ। ਇਹ ਸ਼ਬਦ ਹੈ ਵੰਡ ਛਕੋ, ਸਾਰੇ ਵੰਡੀਏ ਸਾਰੇ ਛਕੀਏ। ਮੈਂ ਆਪਣੇ ਘਰ ਦੀਆਂ ਐਸੀਆਂ ਚੀਜ਼ਾਂ 5-10 ਚੀਜ਼ਾਂ ਇੱਕ ਜਗ੍ਹਾ ਲੈ ਆਵਾਂ, ਤੁਸੀਂ ਵੀ ਲਿਆਓ, ਇਹ ਕੈਮਰਾਮੈਨ ਸਾਡੇ ਵੀਰ ਜੀ ਵੀ ਲਿਆਉਣ, ਸਾਰੇ ਲੋਕੀ ਲੈ ਆਉਣ। ਉਸ ਤੋਂ ਬਾਅਦ ਅਸੀਂ ਕਹੀਏ ਵੀ ਤੁਹਾਡੀ ਚੀਜ਼ ਵਿੱਚੋਂ ਮੈਨੂੰ ਇਹ ਚੀਜ਼ ਪਸੰਦ ਹੈ। ਕੋਈ ਫਰਨੀਚਰ ਆਈਟਮ ਵੀ ਹੋ ਸਕਦੀ ਹੈ, ਕੋਈ ਬਰਤਨ ਵੀ ਹੋ ਸਕਦੇ ਨੇ, ਕੋਈ ਬੂਟ ਵੀ ਹੋ ਸਕਦੇ ਨੇ, ਟਾਈ ਵੀ ਹੋ ਸਕਦੀ ਹੈ, ਬੈਲਟ ਵੀ ਹੋ ਸਕਦੀ ਹੈ, ਕੋਈ ਸਾਡੇ ਗੈਜਟਸ ਵੀ ਹੋ ਸਕਦੇ ਨੇ, ਖਿਡੌਣੇ ਹੋ ਸਕਦੇ ਨੇ। ਸਾਡੇ ਘਰ ਚੀਜ਼ਾਂ ਨਾਲ ਭਰੇ ਪਏ ਨੇ, ਪਰ ਅਸੀਂ ਕਿਸੇ ਨੂੰ ਦੇਣ ਤੇ ਤਿਆਰ ਨਹੀਂ। ਦੇਂਦੇ ਕਿਉਂ ਨਹੀਂ? ਕਿਉਂਕਿ ਸਾਨੂੰ ਲੱਗਦਾ ਵੀ ਵੇਸਟ ਨਾ ਜਾਏ, ਤੇ ਵੇਚ ਸਕਦੇ ਨਹੀਂ ਜੀ। ਮੈਂ ਸੋਚਦਾ ਜੇ ਸਾਡੀ ਸਾਰਿਆਂ ਦੀ ਕਾਮਨਵੈਲਥ ਹੋ ਜਾਏ ਨਾ ਜੀ, ਕਿੰਨਾ ਵਧੀਆ ਹੋਵੇਗਾ। ਇਹਦੇ 3 ਫਾਇਦੇ ਹੋਣਗੇ ਸਨਮ ਜੀ। ਪਹਿਲਾ ਫਾਇਦਾ ਸਾਡੇ ਪਰਿਵਾਰ ਦੀ ਭਾਵਨਾ ਆਏਗੀ ਜੀ, ਹੈ ਨਾ। ਜਦੋਂ ਅਸੀਂ ਇੱਕ ਦੂਜੇ ਦੀ ਚੀਜ਼ਾਂ ਵਰਤਾਂਗੇ ਨਾ, ਪਿਆਰ ਦੀ ਭਾਵਨਾ ਆਏਗੀ, ਪਰਿਵਾਰ ਦੀ ਭਾਵਨਾ ਆਏਗੀ। ਦੂਜੀ ਗੱਲ, ਐਫੀਸ਼ੀਐਂਟ ਯੂਟੀਲਾਈਜੇਸ਼ਨ ਆਫ ਰਿਸੋਰਸਿਸ ਹੋਏਗੀ। ਹੁਣ ਅਸੀਂ ਕੀ ਕਰਦੇ ਹਾਂ, ਰਿਸੋਰਸ ਪਿਆ ਖਰਾਬ ਹੋ ਸੁੱਟ ਦਿੰਦੇ ਹਾਂ, ਉਹ ਰਿਸੋਰਸ ਵਰਤਿਆ ਜਾਏਗਾ, ਕੂੜਾ ਘਟੇਗਾ। ਬਿਲਕੁਲ। ਤੇ ਤੀਸਰੀ ਗੱਲ, ਸਾਡੇ ਪੈਸੇ ਬਚਣਗੇ ਜੀ। ਵਿਦੇਸ਼ਾਂ ਵਿੱਚ ਕੀ ਹੋ ਰਿਹਾ, ਜੋ ਅਸੀਂ ਕੋਸ਼ਿਸ਼ ਕਰ ਰਹੇ ਹਾਂ, ਅਸੀਂ ਆਪਣੀ ਇੱਥੇ ਯੂਨੀਵਰਸਿਟੀ ਵਿੱਚ ਵੀ 550 ਸਾਲਾਂ ਤੇ ਵੰਡ ਛਕੀ ਏਦਾਂ ਹੀ ਕੀਤਾ। ਸਾਡੇ ਵੀਸੀ ਸਾਹਿਬ ਦੇ ਘਰ ਤੋਂ ਵੀ ਸਮਾਨ ਆਇਆ। ਅੱਛਾ ਅਸੀਂ ਇਹ ਕਿਹਾ ਵੀ ਸਾਰੇ ਲੈ ਕੇ ਵੀ ਜਾਣ, ਤੇ ਲੋਕ ਸਾਰੇ, ਜਦੋਂ ਮੈਂ ਮੀਟਿੰਗ 'ਚ ਗੱਲ ਕਰਦਾ ਸੀ, ਕਹਿੰਦੇ ਸੀ ਲੈ ਡੀਨ ਡਾਇਰੈਕਟਰ ਅਫਸਰ ਥੋੜਾ ਕੁਝ ਲੈ ਕੇ ਜਾਣਗੇ। ਨੈਚੁਰਲੀ ਸ਼ਰਮ ਮਹਿਸੂਸ ਹੁੰਦੀ ਹੈ। ਬਿਲਕੁਲ। ਮੈਂ ਵੀ ਪਿੱਛੇ ਵੰਡ ਛਕੋ ਕੀਤਾ, ਤੇ ਇੱਕ ਮੈਂ ਸਵੈਟਰ ਲੈ ਕੇ ਆਇਆ ਜੀ। ਅੱਛਾ। ਤੇ ਸੱਚੀ ਦੱਸਾਂ, ਲੈ ਤੇ ਆਇਆ ਉੱਥੋਂ ਦੀ ਮੈਂ, ਕਿਉਂਕਿ ਸਿਆ ਵੀ ਸਾਰੇ ਲੈ ਕੇ ਜਾਓ ਜ਼ਰੂਰ। ਘਰ ਆ ਕੇ ਮੈਂ ਰੱਖਤਾ, ਮੈਂ ਕਿਹਾ ਲੈ ਤੇ ਆਇਆ ਵੀ ਵਰਤਾ ਨਾ ਮੈਂ। ਫਿਰ ਮੈਂ ਕਿਹਾ ਨਹੀਂ, ਇਹ ਵੀ ਮੇਰੀ ਹੰਕਾਰ ਹੈ ਬਿਲਕੁਲ ਵੀ ਮੈਂ ਵਰਤ ਨਹੀਂ ਰਿਹਾ। ਔਰ ਸਾਡੇ ਉਸ ਯੂਨੀਵਰਸਿਟੀ ਦੇ ਫੰਕਸ਼ਨ ਤੇ ਸਾਡੇ ਵੱਡੇ ਅਫਸਰ ਸਾਹਿਬਾਨ ਵੀ ਉਹ ਬੁੱਕਸ ਲੈ ਗਏ ਜੀ। ਜ਼ਰੂਰੀ ਨਹੀਂ ਕੱਪੜੇ ਹੀ ਲੈ ਕੇ ਜਾਣੇ ਨੇ, ਤੁਹਾਨੂੰ ਬੁੱਕ ਚੰਗੀ ਲੱਗੀ ਹੈ। ਕਈ ਗਮਲੇ ਲੈ ਕੇ ਆਏ ਸੀ ਵੀ ਸਾਡੇ ਘਰ ਗਮਲੇ ਫਾਲਤੂ ਨੇ ਜੀ, ਪੋਟ ਫਾਲਤੂ ਨੇ। ਕੋਈ ਉਹ ਜਣਾ ਲੈ ਗਿਆ ਵੀ ਯਾਰ ਪੋਟ ਬੜਾ ਵਧੀਆ, ਮੈਂ ਆਪਣੇ ਘਰ ਸਜਾਨਾ। ਤੇ ਮੈਂ ਦੱਸ ਰਿਹਾ ਵੀ ਬਾਹਰ ਯੂਨੀਵਰਸਿਟੀਆਂ 'ਚ ਪਤਾ ਕੀ ਹੁੰਦਾ, ਉਹ ਯੂਨੀਵਰਸਿਟੀ ਇੱਕ ਬੜਾ ਵੱਡਾ ਪਰਿਵਾਰ ਹੈ। ਹੁਣ PAU ਦੇ ਟੀਚਰ ਅਸੀਂ 1000 ਦੇ ਕਰੀਬ ਟੀਚਰ, ਨਾਨ ਟੀਚਰ 3-4 ਹਜ਼ਾਰ ਦੇ ਕਰੀਬ, 4000-5000 ਸਟੂਡੈਂਟ, 8-10 ਹਜ਼ਾਰ ਦਾ ਸਾਡਾ ਵੱਡਾ ਪਰਿਵਾਰ ਹੈ ਜੀ। ਅਸੀਂ ਕੀ ਕਰੀਏ ਕਿ ਮੇਰੇ ਕੋਲ ਕੋਈ ਚੀਜ਼ ਫਾਲਤੂ ਹੈ, ਮੈਂ ਲਿਖ ਦਿਆਂ, ਈਮੇਲ ਪਾ ਦਿਆਂ ਵੀ ਆਹ ਚੀਜ਼, ਮੈਂ ਉਹਦੀ ਫੋਟੋ ਵੀ ਖਿੱਚ ਕੇ ਪਾ ਦਿਆਂ। ਅੱਜ ਤੇ ਹੁਣ ਸਿਸਟਮ ਇਹੋ ਜਿਹਾ ਹੋ ਗਿਆ ਵੀ ਆਹ ਚੀਜ਼ ਫਾਲਤੂ ਹੈ, ਕਿਸੇ ਨੂੰ ਲੋੜ ਹੈ ਤੇ ਲੈ ਜਾਓ, ਹੈ ਨਾ। ਜਿਹਨੂੰ ਲੋੜ ਹੈ ਉਹ, ਅੱਛਾ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਕਿਦਾ ਕੌਣ ਲੈ ਗਿਆ,
ਹੈ ਨਾ। ਤੇ ਕੋਈ ਅਸੀਂ ਇਹਦੇ 'ਚ ਇੱਕ ਨਾਅਰਾ ਦਿੱਤਾ ਹੈ ਕਿ ਦੇਣ ਦਾ ਹੰਕਾਰ ਨਾ ਕਰੀਏ ਤੇ ਲੈਣ ਦੀ ਝਿਜਕ ਨਾ ਕਰੀਏ। ਮੈਂ ਸੋਚਦਾ ਜੇ ਅਸੀਂ ਵੰਡ ਛਕੀਏ ਦੇ ਇਸ ਸੰਕਲਪ ਨੂੰ ਹੁਣ ਲੰਗਰ ਦੇ ਨਾਲ ਨਾਲ ਸਮਾਨ ਵੀ, ਚੀਜ਼ਾਂ ਵੀ, ਪਰਿਵਾਰਾਂ ਦੀ ਗਿਆਨ ਵੀ, ਹੈ ਨਾ, ਇਹ ਜੇ ਅਸੀਂ ਸਾਰਾ ਵੰਡ ਲਿਆਂਗੇ ਨਾ ਤੇ ਸਾਡਾ ਸਾਰਾ ਸੰਸਾਰ ਬੜਾ ਖੁਸ਼ਹਾਲ ਹੋ ਜਾਏਗਾ। ਇਨਕਲੂਸਿਵ ਡਿਵੈਲਪਮੈਂਟ ਹੋਏਗੀ। ਹੁਣ ਜਿਹੜੀ ਡਿਵੈਲਪਮੈਂਟ ਹੈ ਨਾ ਐਕਸਕਲੂਸਿਵ ਹੈ। ਸਾਡੇ ਦੇਸ਼ ਵਿੱਚ ਅਮੀਰ ਅਮੀਰ ਹੋ ਰਿਹਾ ਤੇ ਗਰੀਬ ਗਰੀਬ ਹੋ ਰਿਹਾ। ਜੇ ਵੰਡ ਛਕੋ ਅਪਣਾ ਲਾਂਗੇ ਨਾ ਤੇ ਅਮੀਰ ਤੇ ਗਰੀਬ ਦਾ ਪਾੜਾ ਘਟ ਜਾਏ। ਮੈਨੂੰ ਹੁਣ ਸਮਝ ਆ ਰਹੀ ਹੈ ਗੁਰੂ ਸਾਹਿਬ ਨੇ ਕਦੇ ਨਹੀਂ ਕਿਹਾ ਕਿਰਤ ਕਰੋ, ਨਾਮ ਜਪੋ ਤੇ ਦਾਨ ਕਰੋ। ਦਾਨ ਕਰੋ ਨਹੀਂ ਕਿਹਾ, ਵੰਡ ਛਕੋ। ਵੰਡ ਛਕੋ, ਵੰਡੋ ਵੀ ਤੇ ਛਕੋ ਵੀ। ਜੇ ਕੱਲਾ ਵੰਡੋ ਕਰੋਗੇ ਹੰਕਾਰ ਆ ਜਾਏਗਾ। ਬਿਲਕੁਲ। ਤੇ ਤੁਸੀਂ ਹੰਕਾਰ ਦੂਰ ਕਰਨਾ। ਜੇ ਅਸੀਂ ਜੋੜਿਆਂ ਦੀ ਸੇਵਾ ਤੋਂ ਨਹੀਂ ਸੰਗਦੇ, ਭਾਂਡੇ ਮਾਂਜਣ ਦੀ ਸੇਵਾ ਤੋਂ ਨਹੀਂ ਸੰਗਦੇ ਤੇ ਕਿਸੇ ਦਾ ਸਮਾਨ ਲੈਣ ਤੋਂ ਕਿਉਂ ਸੰਗੀਏ, ਹੈ ਨਾ। ਸੋ ਮੈਂ ਸੋਚਦਾ ਸਾਨੂੰ ਸਮਾਜ ਦੇ ਜਿਹੜੇ ਅਸੀਂ ਵਰਗ ਦੇ ਵਿੱਚ ਲੋਕ ਆ, ਸਾਨੂੰ ਅੱਗੇ ਆਉਣਾ ਪਏਗਾ ਤੇ ਜੇ ਇਸ ਤਰ੍ਹਾਂ ਵੰਡ ਛਕਾਂਗੇ ਤੇ ਸਾਡਾ ਸਮਾਜ ਬਹੁਤ ਹੀ ਖੁਸ਼ਹਾਲ ਤੇ ਚੜ੍ਹਦੀ ਕਲਾ ਵਾਲਾ ਹੋਵੇਗਾ। ਆਖਰੀ ਸਵਾਲ ਮੇਰਾ ਪ੍ਰੋਫੈਸਰ ਸਾਹਿਬ ਇਹੀ, ਤੁਸੀਂ ਕਿਸਾਨਾਂ ਦੇ ਵਾਸਤੇ ਕਈ ਸਰਵੇ ਵੀ ਕਰਾਏ ਸੀ, ਜੋ ਫਾਰਮਰ ਸੁਸਾਈਡ ਹੋ ਰਿਹਾ, ਕਿਸਾਨ ਜੋ ਆਤਮ ਹੱਤਿਆ ਕਰ ਰਿਹਾ। ਪਹਿਲਾਂ ਵੀ ਕਿਸਾਨ ਆਤਮ ਹੱਤਿਆ ਕਰ ਰਿਹਾ ਸੀਗਾ, ਪਰ ਅੱਜ ਜਦੋਂ ਆਪਣੇ ਹੱਕ ਲੈਣ ਵਾਸਤੇ ਕਿਸਾਨ ਜਿਹੜਾ ਦਿੱਲੀ ਧਰਨੇ ਤੇ ਬੈਠਾ, ਉਹ ਧਰਨਿਆਂ ਦੇ ਵਿੱਚ ਵੀ ਸੁਸਾਈਡ ਕਰ ਰਿਹਾ, ਚਾਹੇ ਉਹ ਭਾਵੁਕ ਹੋ ਕੇ ਕਰ ਰਿਹਾ। ਗਲਤ ਚੀਜ਼ ਹੋਣ ਲੱਗ ਗਈ ਹੈ ਧਰਨਿਆਂ ਦੇ ਉੱਤੇ, ਭਾਵੁਕ ਹੋ ਕੇ ਲੋਕ ਆਤਮ ਹੱਤਿਆ ਕਰਨ ਲੱਗ ਗਏ ਨੇ। ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ? ਮੈਂ ਇਹਨੂੰ ਕਹਾਂਗਾ ਵੀ ਇਹ ਇੱਕ ਹਵਾ ਗਲਤ ਵਗ ਗਈ ਹੈ। ਇਹ ਸਾਡੇ ਗੁਰਮਤ ਵਿੱਚ ਇਹ ਪ੍ਰਵਾਨ ਨਹੀਂ ਹੈ। ਹਾਲਾਂਕਿ ਉਹ ਜਿਹੜੇ ਸੰਤ ਜੀ ਦਾ ਜ਼ਿਕਰ ਆ ਰਿਹਾ ਹੈ ਵੀ ਉਹਨਾਂ ਨੇ ਖੁਦਕੁਸ਼ੀ ਕੀਤੀ, ਮੇਰਾ ਮਨ ਨਹੀਂ ਮੰਨਦਾ। ਤੇ ਜੇ ਕੀਤੀ ਹੈ ਤੇ ਇਹ ਗੁਰਮਤ ਨਹੀਂ ਹੈ ਜੀ, ਕਿਉਂਕਿ ਇਸ ਤੋਂ ਵੱਡੀਆਂ ਮੁਸੀਬਤਾਂ ਸਾਡੇ ਤੇ ਪਹਿਲਾਂ ਵੀ ਆਈਆਂ ਸਨ। ਪਹਿਲਾਂ ਤੇ ਕਿਸੇ ਗੁਰਮੁਖ ਨੇ ਐਵੇਂ ਨਹੀਂ ਕੀਤਾ, ਹੈ ਨਾ ਜੀ। ਸਾਨੂੰ ਇਸ ਗੱਲ ਨੂੰ ਧਾਰਮਿਕ ਸੈਂਕਸ਼ਨ ਨਹੀਂ ਦੇਣੀ ਚਾਹੀਦੀ। ਦੂਸਰੀ ਗੱਲ, ਖੁਦਕੁਸ਼ੀ ਕਿਸੇ ਸਮੱਸਿਆ ਦਾ ਹੱਲ ਨਹੀਂ ਹੈ। ਜੇ ਖੁਦਕੁਸ਼ੀਆਂ ਨਾਲ ਸਰਕਾਰਾਂ ਹਿਲਦੀਆਂ ਹੁੰਦੀਆਂ ਤੇ ਹੁਣ ਤੱਕ ਇੰਨੇ ਖੁਦਕੁਸ਼ੀਆਂ ਹੋ ਗਈਆਂ ਨੇ, ਸਰਕਾਰਾਂ ਦੀ ਪਾਲਿਸੀ ਬਦਲ ਗਈ ਹੁੰਦੀ। ਨਹੀਂ, ਅਸੀਂ ਜੂਝਣਾ ਹੈ, ਸਾਡਾ ਧਰਮ ਜੂਝਣਾ ਹੈ। ਤੇ ਮੈਂ ਇਹ ਕਹਾਂਗਾ ਇਹ ਜਿਹੜੀ ਇੰਡੀਵਿਜੂਅਲ ਫੀਲਿੰਗ ਕਿਸੇ ਦੇ ਮਨ ਵਿੱਚ ਆ ਜਾਂਦੀ ਹੈ ਨਾ, ਮੈਂ ਇਹਦੇ ਬਾਰੇ ਸਨਮ ਜੀ ਜਿਹੜੀ ਸਾਡੀ ਰਿਸਰਚ ਹੋਈ ਹੈ, 3 ਗੱਲਾਂ ਕਰਕੇ ਕੋਈ ਬੰਦਾ ਖੁਦਕੁਸ਼ੀ ਕਰਦਾ ਹੈ। ਪਹਿਲੀ ਗੱਲ, ਸ਼ੈਟਰਿੰਗ ਫੀਲਿੰਗ ਆਫ ਡਿਫੀਟ, ਕਿ ਵੀ ਮੈਂ ਹਾਰ ਗਿਆ, ਮੇਰਾ ਹੁਣ ਕੁਝ ਨਹੀਂ ਬਚਿਆ। ਦੂਸਰੀ ਗੱਲ, ਕੋਈ ਰਾਹ ਹੀ ਨਹੀਂ ਹੈ ਬਚਣ ਦਾ। ਤੀਸਰੀ ਗੱਲ, ਕੋਈ ਮੇਰੀ ਮਦਦ ਨਹੀਂ ਕਰ ਰਿਹਾ। ਜੇ ਤਿੰਨਾਂ ਵਿੱਚੋਂ ਇੱਕ ਵੀ ਚੇਂਜ ਹੋ ਜਾਏਗੀ, ਬੰਦਾ ਬਚ ਜਾਏਗਾ। ਲੇਕਿਨ ਕੀ ਹੋਇਆ ਕਿ ਸਾਡੇ ਸਮਾਜ ਦੇ ਵਿੱਚ ਅਸੀਂ ਸਾਰੇ ਨਾ ਇੰਡੀਵਿਜੂਅਲਿਸਟਿਕ ਹੋ ਗਏ। ਬਿਲਕੁਲ, ਅਸੀਂ ਸ਼ੇਅਰਿੰਗ ਨਹੀਂ ਕਰ ਰਹੇ। ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੇ ਇੱਕ ਨਾਅਰਾ ਦਿੱਤਾ ਹੈ, ਕਰੋਗੇ ਗੱਲ ਮਿਲੇਗਾ ਹੱਲ। ਜੀ, ਕੋਈ ਮੁਸ਼ਕਿਲ ਹੈ, ਕਿੱਡੀ ਵੱਡੀ ਮੁਸ਼ਕਿਲ ਹੈ, ਗੱਲ ਕਰੋ ਭਾਈ, ਸ਼ੇਅਰ ਕਰੋ। ਟਾਕਿੰਗ ਇਜ਼ ਹੀਲਿੰਗ, ਟਾਕਿੰਗ ਇਜ਼ ਥੈਰਾਪਿਊਟਿਕ। ਮੈਂ ਇਹ ਵੀ ਕਹਾਂਗਾ ਕਿ ਜਿਹੜੇ ਲੋਕਾਂ ਨੂੰ ਇਹ ਫੀਲ ਹੁੰਦਾ ਹੈ, ਮਰਨ ਦੇ ਵਿਚਾਰ ਆਉਂਦੇ ਨੇ, ਉਹ ਜ਼ਰੂਰ ਆਪਣੀ ਗੱਲ ਕਿਸੇ ਨੂੰ ਦੱਸਣ। ਆਪਣੇ ਪਰਿਵਾਰ ਵਿੱਚ, ਦੋਸਤ ਮਿੱਤਰ ਨੂੰ ਵੀ ਮੇਰੇ ਅੰਦਰ ਬਾਰ-ਬਾਰ ਇਹ ਥਾਟ ਆ ਰਹੇ ਨੇ। 2 ਤਰ੍ਹਾਂ ਦੇ ਸੁਸਾਈਡ ਨੇ, ਇੱਕ ਹੈ ਇੰਪਲਸਿਵ, ਇੱਕ ਹੈ ਪਲੈਨਡ। ਇੰਪਲਸਿਵ ਨੂੰ ਰੋਕਣਾ ਔਖਾ ਹੁੰਦਾ ਹੈ, ਔਰ ਆਮ ਤੌਰ ਤੇ ਜਿਹੜੇ ਨਸ਼ੇੜੀ ਹੁੰਦੇ ਨੇ ਉਹ ਜ਼ਿਆਦਾ ਇੰਪਲਸਿਵ ਹੁੰਦੇ ਨੇ, ਉਹਨੂੰ ਰੋਕਣਾ ਔਖਾ ਹੁੰਦਾ ਹੈ। ਲੇਕਿਨ ਜਿਹੜਾ ਪਲੈਨਡ ਸੁਸਾਈਡ ਹੈ, ਤੁਸੀਂ ਸੋਚ ਰਹੇ ਹੋ ਵੀ ਮੈਂ ਹੁਣ ਮਰਨਾ ਹੈ, ਮੈਂ ਐਦਾਂ ਮਰਾਂ, ਤੁਸੀਂ ਮੈਥਡ ਲੱਭ ਰਹੇ ਹੋ, ਹਫ਼ਤੇ ਤੋਂ ਮਹੀਨੇ ਤੋਂ ਸੋਚ ਰਹੇ ਹੋ, ਹੈ ਨਾ। ਉਹਨੂੰ ਜੇ ਤੁਸੀਂ ਸ਼ੇਅਰ ਕਰ ਲੋਗੇ ਤੇ ਜੇ ਅਗਲਾ ਬੰਦਾ ਤਿਆਰ ਹੋਏਗਾ, ਟ੍ਰੇਨਡ ਹੋਏਗਾ, ਤੁਹਾਨੂੰ ਬਚਾ ਲਏਗਾ। ਬਿਲਕੁਲ। ਇਹਦੇ ਲਈ ਸਾਡੀ ਯੂਨੀਵਰਸਿਟੀ ਇੱਕ ਵਰਕਸ਼ਾਪਸ ਹੁਣ ਅਸੀਂ ਲਗਾ ਰਹੇ ਹਾਂ, ਸਾਈਕੋਲੋਜੀਕਲ ਫਸਟ ਏਡ। ਅਸੀਂ ਕਹਿੰਦੇ ਹਾਂ ਵੀ ਆਪਣਾ ਵੀ ਸੰਭਾਲ ਕਰੋ ਤੇ ਦੂਜਿਆਂ ਦੀ ਵੀ ਸੰਭਾਲ। ਬਿਲਕੁਲ। ਨੋ ਹੈਲਥ ਵਿਦਆਊਟ ਮੈਂਟਲ ਹੈਲਥ। ਅਸੀਂ ਨਾ ਜਿਮ ਦੀ ਹੈਲਥ ਤੇ ਬਾਡੀ ਦੀ ਫਿਜ਼ੀਕ, ਅਸੀਂ ਇਹਨੂੰ ਹੈਲਥ ਸਮਝ ਰਹੇ ਹਾਂ, ਹੈ ਨਾ। ਤੇ ਇਹ ਨਾਅਰਾ ਇੱਕ ਬੜਾ ਜ਼ਰੂਰੀ ਹੈ ਕਿ ਜਦ ਤੱਕ ਮੇਰੀ ਮੈਂਟਲ ਹੈਲਥ ਨਹੀਂ ਠੀਕ ਨਾ, ਤਦ ਤੱਕ ਮੇਰੀ ਫਿਜ਼ੀਕਲ ਹੈਲਥ ਦੀ ਕੋਈ ਵੈਲਿਊ ਨਹੀਂ ਹੈ। ਸੋ ਅਸੀਂ ਸਮਾਜ ਦੇ ਵਿੱਚ ਨੇੜਤਾ ਲੈ ਕੇ ਆਈਏ। ਕਿਸੇ ਵੀਰ ਭੈਣ, ਬੱਚੇ, ਵੱਡੇ ਨੂੰ ਕੋਈ ਸਮੱਸਿਆ ਹੈ ਨਾ, ਉਹ ਸ਼ੇਅਰ ਕਰੋ, ਤੇ ਜਿਹੜਾ ਸ਼ੇਅਰ ਕਰੇਗਾ ਉਹ ਬਚ ਜਾਏਗਾ। ਅੱਛਾ, ਇੱਕ ਹੋਰ ਕਮਾਲ ਦੀ ਗੱਲ, ਜਿਹੜੇ ਲੋਕਾਂ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਪਰ ਬਚ ਗਏ, ਨਹੀਂ ਮਰੇ, ਟਾਈਮ ਨਾਲ ਹੈਲਪ ਮਿਲ ਗਈ, ਬਚ ਗਏ, ਜਦੋਂ ਉਹਨਾਂ ਕੋਲ ਪੁੱਛਿਆ ਗਿਆ ਨਾ
100% ਲੋਕਾਂ ਨੇ ਇਹ ਕਿਹਾ, ਉਹਨਾਂ ਨੂੰ ਪੁੱਛਿਆ ਗਿਆ ਵੀ ਤੁਸੀਂ ਸੱਚੀ ਮੁੱਚੀ ਮਰਨਾ ਚਾਹੁੰਦੇ ਸੀ ਜਾਂ ਹੁਣ ਮਰਨਾ ਚਾਹੁੰਦੇ ਹੋ? ਕਹਿੰਦੇ ਨਹੀਂ, ਅਸੀਂ ਮਰਨਾ ਨਹੀਂ ਚਾਹੁੰਦੇ ਸੀ, ਅਸੀਂ ਉਸ ਸਿਚੁਏਸ਼ਨ ਚੋਂ ਨਿਕਲਣਾ ਚਾਹੁੰਦੇ ਸੀ। ਤਾਂ ਸਰ ਇੱਥੇ ਤੁਹਾਡਾ ਉਹ ਵੀ ਫਾਰਮੂਲਾ ਕੰਮ ਆਏਗਾ ਕਿ ABC ਵਾਲਾ ਜੋ ਫਾਰਮੂਲਾ ਹੈ ਕਿ ਜਿਹੜੇ ਬੰਦੇ ਨੂੰ ਲੱਗਦਾ ਕਿ ਉਹ ਹਾਰ ਗਿਆ, ਉਹ ਹੁਣ ਕੁਝ ਨਹੀਂ ਕਰ ਸਕਦਾ, ਉਹ ਬਾਉਂਸ ਬੈਕ ਵੀ ਕਰੇ। ਬਾਉਂਸ ਬੈਕ ਵੀ ਕਰੇ, ਇਹ ਵੀ ਕਰੇ ਜੀ। ਇਹ ਦਾ ਮਤਲਬ ਹੈ ਐਕਸੈਪਟ ਕਰਨਾ। ਕੋਈ ਮੁਸ਼ਕਿਲ ਆ ਗਈ ਐਕਸੈਪਟ ਕਰੇ, ਫਿਰ ਕੀ ਹੋਇਆ, ਮੁਸ਼ਕਿਲ ਆ ਗਈ ਹੈ ਨਾ। ਐਕਸੈਪਟ ਵੀ ਕਰੇ, ਬਾਉਂਸ ਬੈਕ ਵੀ ਕਰੇ, ਤੇ ਫਿਰ ਕ੍ਰੀਏਟਿਵ ਵੀ ਹੋਵੇ, ਆਪਣੀ ਸਮੱਸਿਆ ਦਾ ਆਪਣਾ ਹੱਲ ਲੱਭੇ। ਕਿਸੇ ਨੇ ਤੁਹਾਡੀ ਸਮੱਸਿਆ ਨਹੀਂ ਲੱਭਣੀ, ਹੱਲ ਨਹੀਂ ਲੱਭ ਸਕਣਾ, ਕਿਉਂਕਿ ਅਸੀਂ ਕੀ ਹੁੰਦਾ ਜਦੋਂ ਅਸੀਂ ਪਰੇਸ਼ਾਨ ਹੁੰਦੇ ਹਾਂ ਨਾ, ਅਸੀਂ ਵਨ ਸਾਈਡਡ ਸੋਚਦੇ। ਬਿਲਕੁਲ। ਅਸੀਂ ਦੂਜੀ ਬਲਿੰਕਰ ਜਿਵੇਂ ਘੋੜੇ ਦੇ ਅੱਗੇ ਲੱਗਿਆ ਹੁੰਦਾ ਨਾ, ਲਾਏ ਹੁੰਦੇ ਨੇ, ਉਹ ਕਿਤੇ ਨਹੀਂ ਦੇਖ ਸਕਦਾ ਘੋੜਾ। ਅਸੀਂ ਵੀ ਇੱਕੋ ਹੀ ਪਾਸੇ ਨੈਗੇਟਿਵ ਸੋਚਣਾ ਸ਼ੁਰੂ ਕਰ ਦਿੰਦੇ ਹਾਂ। ਸਾਨੂੰ ਉਹ ਬਲਿੰਕਰਸ ਹਟਾ ਦੇਣੇ ਚਾਹੀਦੇ ਨੇ। ਸਾਨੂੰ ਇਹ ਦੇਖਣਾ ਚਾਹੀਦਾ ਵੀ ਇਹਦੇ ਪੋਜ਼ਿਟਿਵ ਐਸਪੈਕਟ ਵੀ ਹੈਗੇ ਨੇ। ਇਹਦਾ ਇੱਕ ਦਰਵਾਜ਼ਾ ਬੰਦ ਹੋਇਆ ਨਾ, ਕਈ ਦਰਵਾਜ਼ੇ ਖੁੱਲੇ ਵੀ ਤੇ ਹੈਗੇ ਨੇ ਨਾ, ਹੈ ਨਾ। ਸੋ ਅਗਰ ਇਸ ਤਰ੍ਹਾਂ ਦੀ ਸੋਚ ਹੋਏਗੀ, ਇਹ ਸਾਡਾ ਸਮਾਜ ਟ੍ਰੇਨਡ ਹੋਏਗਾ, ਤੇ ਮੈਂ ਸੋਚਦਾ ਇਹ ਖੁਦਕੁਸ਼ੀਆਂ ਜ਼ਰੂਰ ਰੁਕਣਗੀਆਂ, ਘਟਣਗੀਆਂ, ਔਰ ਇਹਦੇ ਲਈ ਸਾਰੇ ਸਮਾਜ ਨੂੰ ਰਲ ਕੇ ਉਪਰਾਲੇ ਕਰਨੇ ਚਾਹੀਦੇ। ਬਹੁਤ ਬਹੁਤ ਧੰਨਵਾਦ ਜੀ। ਤਾਂ ਇਹ ਸਨ ਸਾਡੇ ਨਾਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਪ੍ਰੋਫੈਸਰ ਸਰਬਜੀਤ ਸਿੰਘ ਜੀ, ਜਿਨ੍ਹਾਂ ਨਾਲ ਆਪਾਂ ਗੱਲਬਾਤ ਕੀਤੀ ਹੈ। ਤੇ ਤੁਹਾਡੇ ਵਾਸਤੇ ਜੋ ਇਹਨਾਂ ਨੇ ਦੱਸਿਆ ਕਿ ਨਵਾਂ ਸਾਲ ਆਪਣੇ ਜ਼ਿੰਦਗੀ ਦੇ ਵਿੱਚ, ਜੀਵਨ ਦੇ ਵਿੱਚ ਕਿਵੇਂ ਦੇ ਬਦਲਾਅ ਤੁਹਾਨੂੰ ਲਿਆਉਣੇ ਚਾਹੀਦੇ ਨੇ, ਕਿਵੇਂ ਦੇ ਪ੍ਰਣ ਲੈਣੇ ਚਾਹੀਦੇ ਨੇ, ਕਿਸ ਤਰ੍ਹਾਂ ਨੈਗੇਟਿਵਿਟੀ ਤੋਂ ਦੂਰ ਰਹਿਣਾ ਚਾਹੀਦਾ, ਇਹਨਾਂ ਨੇ ਦੱਸਿਆ ਸੀ। ਜ਼ਰੂਰ ਆਸ ਕਰਦੇ ਹਾਂ ਲੋਕਾਂ ਨੂੰ ਕਿ ਜ਼ਰੂਰ ਆਪਣੀ ਜ਼ਿੰਦਗੀ ਦੇ ਵਿੱਚ ਉਹ ਕੋਈ ਪ੍ਰਣ ਲੈਣਗੇ, ਇੱਕ ਟਾਰਗੇਟ ਸੈੱਟ ਕਰਨਗੇ ਕਿ ਮੈਂ ਇਸ ਸਾਲ ਦੇ ਵਿੱਚ ਇਹ ਟਾਰਗੇਟ ਅਚੀਵ ਕਰਨਾ, ਚਾਹੇ ਉਹ ਟਾਰਗੇਟ ਕੋਈ ਵੀ ਹੋਵੇ। ਲੋਕ ਇੱਕ ਟਾਰਗੇਟ ਬਣਾਉਣਗੇ ਕਾਪੀ ਪੈਨ ਲੈ ਕੇ। ਜ਼ਰੂਰ ਅਸੀਂ ਵੀ ਲੋਕਾਂ ਨੂੰ ਕਹਿੰਦੇ ਹਾਂ ਕਿ ਆਪਣੇ ਟਾਰਗੇਟ ਲਿਖੋ ਕਿ ਮੈਂ ਪਿਛਲੇ ਸਾਲ ਕੀ ਨਹੀਂ ਕੀਤਾ ਤੇ ਇਸ ਸਾਲ ਦੇ ਵਿੱਚ ਮੈਂ ਉਹ ਕੀ ਕਰਨਾ ਤੇ ਕਿਵੇਂ ਕਰਨਾ। ਤਾਂ ਵਧੇਰੇ ਅਪਡੇਟਸ ਸਾਡੇ ਨਾਲ ਜੁੜੇ ਰਹੋ। ਲੁਧਿਆਣਾ ਤੋਂ ਸਨਮਜੀਤ ਸਿੰਘ, ਕੈਮਰਾਮੈਨ ਸਤਵੰਤ ਮਠਾੜੂ ਦੇ ਨਾਲ, ਲੁਧਿਆਣਾ ਟਾਈਮ।